हर थां ते सहाई होने वाले 10वां पातशाह श्री गुरु गोबिंद सिंह जी सब थाई होए सहाय। सब थाई होए सहाय गुरु कलगीधर पातशाह महाराज की महान बख्शिश। गुरु फतेह दा जाप करो जी, गज वज के आखो जी वाहिगुरु जी का खालसा वाहिगुरु जी की फतेह। फिर आखो जी वाहिगुरु जी का खालसा वाहिगुरु जी की फतेह। मार्ग मज्जन संग साधुआ धूड़ी कर इशनान। सूरज इस सौर मंडल का सूरज है ना, इहदे दुआले 9 ग्रह चक्कर लगा रहे लगातार निरंतर। उस जिस धरती ते आपां बैठे हुए हैं, ये पृथ्वी ये धरती ये भी लगातार निरंतर अपने धूरे द्वारे 24 घंटे चक्कर लगाउंदी है। 365 दिन ते चौथा हिस्सा सूरज का एक चक्कर लगाउंदी है। सूरज दी किरणां धरती ते पैंदियां ने ते इस हिंदुस्तान के इलाके वख-वख रुत्तां सूरज एको रुत अनेक नानक करते किते वेश। ते जेहो जी रुत हुंदी है 6 रुत्तां हन इत्थे 12 महीने। ते जेड़ी रुत अज आरंभ होई इहनूं हिमकर रुत आखदे ने, हिम वाली बर्फानी। ਇਹਦੇ ਚ 2 ਮਹੀਨੇ ਨੇ, ਮਾਘ ਦਾ ਤੇ ਫਲਗੁਣ ਦਾ, ਫੱਗਣ ਦਾ ਮਹੀਨਾ। ਤੇ ਜਿਹੋ ਜੀ ਰੁੱਤ ਹੁੰਦੀ ਹੈ ਸਾਡੇ ਸਰੀਰ ਤੇ ਅਸਰ ਹੁੰਦਾ ਨਾ। ਸਤਿਗੁਰੂ ਨੇ ਬਚਨ ਕੀਤਾ ਜਿਹੀ ਰੁੱਤ ਕਾਇਆ ਸੁਖ ਤੇਹਾ। ਇਹੀ ਧਰਤੀ ਹੁੰਦੀ ਹੈ ਜਦੋਂ ਹਾੜ ਦਾ ਮਹੀਨਾ ਹੁੰਦਾ ਹੈ, ਅੱਤ ਦੀ ਗਰਮੀ ਪੈਂਦੀ ਹੈ ਤੇ ਅਸੀਂ ਨੰਗੇ ਪੈਰੀ ਜ਼ਮੀਨ ਤੇ ਖੜ ਦੇ ਪੈਰ ਸੜਦੇ ਨੇ। तपदी है धरती, तपदियां किरणां धरती ते पैंदियां, धरती तपदी है, नंगे पैर आपां खड़ नहीं सकदे, चल नहीं सकदे, पैर सड़दे ने। ते यही धरती जो ये पोह दा महीना आंदा है, माघ दा महीना आती ठंड पैंदी है तां भी नंगे पैरी चलिया नहीं जांदा। आती ठंड पैर ठरू ठरू करदे ने, ठंड लगदी। इस शरीर ते असर हुंदा है, शरीर उपर नहीं मन उपर भी असर हुंदा। जेही रुत काया सुख तेहा। अज श्री हरमंदर साहिब का रात्रि तो बसंत राग आरंभ हो गया। पुणे भाई साहब ने बसंत राग शब्द पढ़िया। बसंत रुत बड़ी प्यारी रुत है। 6 रुत्ते चो सब तो प्यारी रुत मन्नी की बसंत रुत, जिहड़ी गाखड़ी ग्रीखम रुत अत गाखड़ी जेठ अखाड़े कामजो औखी रुत है ग्रीखम गर्मी दी रुत। फिर परस रुत आंदी है, बरखा दी रुत भी आउंदी है। ते पतझड़ दी रुत भी पत्ते झड़दे। इसे तरीके हुण बसंत रुत आरंभ होने वाली है। बसंत राग पहले ही गाउना आरंभ हो गया है। ते प्यारिओ सतगुरु ने सानू जिहड़ा बसंत बख्शिश किया वह चढ़दी कला दा। नानक सदा बसंत है। जिन घर वसिया कंत, जिन्हां दे हिरद रूपी घर दे विच कंत वस गया, उन्हां लई सदा बसंत है। नानक तिना बसंत है जिन कर वस्या कंत, जिनके कंत दिशापुरी से अहनस फिरन जलंत।
ਬਸੰਤ ਰੁੱਤ ਬੜੀ ਪਿਆਰੀ ਏ, ਸਾਰੇ ਜੀਵ ਪ੍ਰਸੰਨ ਹੁੰਦੇ ਨੇ, ਜੰਗਲ ਦੇ ਜੀਵ ਪ੍ਰਸੰਨ ਹੁੰਦੇ, ਫੁੱਲ ਮੋਲੀ, ਧਰਤੀ ਮੋਲਿਆ, ਆਕਾਸ਼ ਹਰਿਆਵਲ ਪ੍ਰਗਟ ਹੁੰਦੀ ਏ, ਪਤਝੜ ਦੀ ਰੁੱਤ ਖਤਮ ਹੁੰਦੀ ਏ, ਪੱਤੇ ਨਵੇਂ ਨਵੇਂ ਪੁੰਗਰਦੇ, ਫੁੱਲ ਖਿੜਦੇ ਨੇ, ਧਰਤੀ ਮੁੱਲਦੀ ਏ। ਪਰ ਉਹ ਇਸਤਰੀ ਦਾ ਪਤੀ ਜਿਹਨੂੰ ਛੱਡ ਕੇ ਚਲਾ ਗਿਆ ਹੈ, ਘਰ 'ਚ ਹਾਰ ਸ਼ਿੰਗਾਰ ਦੇ ਸਾਜੋ ਸਮਾਨ ਸਭ ਕੁਝ ਵੇ, ਪਰ ਉਹ ਸੜਦੀ ਪਈ ਏ, ਅੰਦਰੋਂ ਤੜਪਦੀ ਪਈ ਏ, ਦੁਖੀ ਹੋ ਰਹੀ ਏ। ਤੇ ਸਤਿਗੁਰ ਫਰਮਾਉਂਦੇ ਭਾਵੇਂ ਬਸੰਤ ਦੀ ਰੁੱਤ ਵੇ, ਪਰ ਫਿਰ ਵੀ ਉਹ ਸੜਦੀ ਪਈ ਏ, ਦੁਖੀ ਹੁੰਦੀ ਪਈ, ਦਿਨ ਰਾਤ ਸੜਦੀ ਪਈ, ਦੁਖੀ ਹੁੰਦੀ ਪਈ ਏ। ਪਰ ਜਿਸ ਹਿਰਦੇ 'ਚ ਕੰਤ ਵਸਦਾ, ਵਾਹਿਗੁਰੂ ਵਸਦਾ, ਉੱਥੇ ਤਾਂ ਸਦਾ ਹੀ ਬਸੰਤ ਹੈ। ਉੱਥੇ 1-2 ਮਹੀਨੇ ਵਾਲੀ ਬਸੰਤ ਰੁੱਤ ਨਹੀਂ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਐਨਸ ਫਿਰਨ ਜਲਨ। ਪਿਆਰਿਓ, ਬਸੰਤ ਰੁੱਤ ਦੇ ਪਵਿੱਤਰ ਸ਼ਬਦ ਪੜ੍ਹੇ ਜਾ ਰਹੇ ਹਨ ਤੇ ਤੀਰਥ ਇਸ਼ਨਾਨ ਦੇ ਪ੍ਰਥਾਏ, ਕਿਉਂਕਿ ਇਹ ਮਕਰ ਸੰਕਰਾਂਤ ਸੂਰਜ 10ਵੀਂ ਰਾਸ਼ੀ ਚ ਪ੍ਰਵੇਸ਼ ਕੀਤਾ ਏ, ਰਾਸ਼ੀ ਬਦਲ ਗਈ, ਇਹਦੀ ਕ੍ਰਾਂਤੀ ਹੋਈ ਏ, ਬਦਲਾਵ ਹੋਇਆ ਏ। ਇਹਨੂੰ ਕਹਿੰਦੇ ਸੰਕਰਾਂਤ, ਚੰਗੀ ਕ੍ਰਾਂਤੀ। ਤੇ ਪੰਜਾਬੀ ਚ ਆਪਾਂ ਨੂੰ ਸੰਗਰਾਂਦ ਆਖ ਦਿੰਦੇ ਹਾਂ, ਹਿੰਦੀ ਸੰਕਰਾਂਤ ਕਿਹਾ ਜਾਂਦਾ। ਤੇ ਸਨਾਤਨ ਮਤ ਚ ਸਭ ਤੋਂ ਪਵਿੱਤਰ ਜਿਹੜਾ ਦਿਹਾੜਾ ਮੰਨਿਆ ਗਿਆ, ਉਹ ਮਾਘੀ ਦਾ ਦਿਨ ਹੈ, ਮਕਰ ਸੰਕਰਾਂਤ ਦਾ। ਤੇ ਧਰਤੀ ਦੇ ਉੱਪਰ ਪਵਿੱਤਰ 999 ਨਦੀਆਂ ਉਹਨਾਂ ਨੇ ਮੰਨੀਆਂ ਤੇ 68 ਤੀਰਥ। ਵੈਸੇ ਸਨਾਤਨ ਮਤ ਵਿੱਚ ਕਈ ਗ੍ਰੰਥ ਚ 222 ਤੀਰਥਾਂ ਦਾ ਜ਼ਿਕਰ, ਫਿਰ 202 ਤੀਰਥਾਂ ਦਾ ਜ਼ਿਕਰ, ਪਰ ਕਪਿਲ ਮੁਨੀ ਜੀ ਨੇ 68 ਤੀਰਥਾਂ ਦਾ ਜ਼ਿਕਰ ਕੀਤਾ। ਪਵਿੱਤਰ ਤੀਰਥ 68, ਗੰਗਾ ਵੀ, ਜਮਨਾ ਵੀ, ਸਰਸਵਤੀ, ਕਾਵੇਰੀ ਵੀ, ਗੋਵਰਧਨ ਵੀ, ਕੁਰੂਕਸ਼ੇਤਰ ਵੀ, 68 ਗਿਣਤੀ ਕੀਤੀ ਗਈ। ਤੇ ਸਨਾਤਨ ਮਤ ਚ ਵਿਸ਼ੇਸ਼ ਤੀਰਥ ਜਿਹੜਾ ਮੰਨਿਆ ਗਿਆ, ਉਹ ਪ੍ਰਯਾਗ ਤੀਰਥ, ਜਿੱਥੇ ਮੰਨਿਆ ਜਾਂਦਾ ਗੰਗਾ ਵੀ ਆਉਂਦੀ ਏ ਤੇ ਜਮਨਾ ਪ੍ਰਤੱਖ 2 ਨਦੀਆਂ ਦਿਸਦੀਆਂ। ਕਿਹਾ ਜਾਂਦਾ ਕਿ ਸਰਸਵਤੀ ਗੁਪਤ ਰੂਪ ਵਿੱਚ ਮਿਲਦੀ ਪਈ ਹੈ। ਪ੍ਰਯਾਗ ਤੀਰਥ, ਤ੍ਰਿਵੇਣੀ ਦਾ ਤੀਰਥ। ਤੇ ਸਤਿਗੁਰ ਜੀ ਨੇ ਇਹਨਾਂ ਤੀਰਥਾਂ ਦੀ ਬਾਤ ਨੂੰ ਇੱਕ ਪਾਸੇ ਰੱਖ ਕੇ ਕਹਿੰਦੇ ਠੀਕ ਹੈ, ਲੋਕ ਤੀਰਥਾਂ ਦੇ ਜਾ ਕੇ ਨਹਾਉਂਦੇ ਨੇ, ਪਰ ਕੀ ਇਸ਼ਨਾਨ ਕਰਨ ਨਾਲ ਤਨ ਦੀ ਮੈਲ ਤਾਂ ਉਤਰ ਜਾਂਦੀ ਹੈ, ਪਰ ਕੀ ਮਨ ਦੀ ਮੈਲ ਉਤਰਦੀ? ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਮਨ ਚ ਖੋਟ ਵੇ, ਤਨ ਕਰਕੇ ਚੋਰੀਆਂ ਵੀ ਕਰਦਾ ਹੈ, ਜਾ ਰਿਹਾ ਤੀਰਥਾਂ ਤੇ। ਨਾਮਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭੌ ਲੱਥੀ ਨਾਤਿਆਂ। ਠੀਕ ਹੈ, ਤੀਰਥ ਇਸ਼ਨਾਨ ਕੀਤਾ, ਤਨ ਦੀ ਕੁਝ ਮੈਲ ਉਤਰ ਗਈ, ਪਰ ਮਨ ਦੇ ਉੱਪਰ ਕਿਤਨੀ ਮੈਲ ਚੜ ਗਈ। ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਾਤਿਆਂ। ਦੋਏ ਪਾਚਣ ਇਸ ਹੋਰ ਦੁਗਣੀ ਚੜ ਗਈ। ਭਗਤ ਕਬੀਰ ਜੀ ਦੇ ਕੋਲ ਨਾ ਕੁਝ ਸਾਧੂ ਲੋਕ ਆਏ, ਕਹਿੰਦੇ ਕਬੀਰ ਜੀ ਚਲੋ, ਤੁਹਾਡੇ ਨਾਲ ਭਗਤ ਦੀ ਭਾਵਨਾ, ਅਸੀਂ ਜਾ ਰਹੇ ਹਾਂ 68 ਤੀਰਥਾਂ ਤੇ ਇਸ਼ਨਾਨ ਕਰਨ, ਸਾਡੇ ਨਾਲ ਚਲੋ। ਤੇ ਭਗਤ ਕਬੀਰ ਜੀ ਕਹਿੰਦੇ ਮੈਂ ਤਾਂ ਆਪਣੀ ਜੁਲਾਹੇ ਦੀ ਕਿਰਤ ਕਰਦਾ ਵਾਂ, ਪਰਿਵਾਰ ਦਾ ਵੀ ਗੁਜ਼ਾਰਾ ਵੀ ਕਰਨਾ ਹੈ। ਆਏ ਕਿ ਸਾਧੂਆਂ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਵੀ ਕਰਨੀ ਹੈ, ਤੇ ਮੇਰੇ ਕੋਲ ਇਤਨਾ ਸਮਾਂ ਮੈਂ 68 ਤੀਰਥਾਂ ਤੇ ਜਾਵਾਂ। ਕਹਿੰਦੇ ਨਹੀਂ ਚਲੋ, ਤੁਹਾਡੇ ਸਾਰੇ ਪਾਪ ਉਤਰ ਜਾਣਗੇ। ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ। ਅਸੀਂ ਜਾ ਰਹੇ, ਤੁਸੀਂ ਸਾਡੇ ਗਰੁੱਪ 'ਚ, ਸਾਡੇ ਕਾਫਲੇ 'ਚ ਸ਼ਾਮਲ ਹੋ ਜਾਓ।
ਜਦੋਂ ਬਾਰ-ਬਾਰ ਜਿੱਦ ਕਰਨ ਲੱਗੇ ਤੇ ਭਗਤ ਜੀ ਕਹਿੰਦੇ ਮੈਂ ਤਾਂ ਜਾਣਨੀ ਇਹ ਜਿਹੜੀ ਮੇਰੇ ਕੋਲ ਲੌਕੀ ਪਈ ਹੈ ਨਾ ਤੁੰਬੜੀ, ਇਹ ਲੈ ਜਾਓ ਮੇਰੀ ਥਾਂ ਤੇ ਨਾ, ਇਹਨੂੰ ਇਸ਼ਨਾਨ ਕਰਵਾ ਦੇਣਾ ਤੁਸੀਂ। ਜਿਹੜੇ ਜਿਹੜੇ ਤੀਰਥ ਜਾਓ, ਗੰਗਾ ਜਾਓ, ਜਮਨਾ ਜਾਓ, ਸਰਸਵਤੀ ਜਾਓ, ਕਾਵੇਰੀ ਜਾਓ, ਇਹਨਾਂ 68 ਤੀਰਥਾਂ ਦੇ ਇਹਨੂੰ ਵੀ ਜ਼ਰੂਰ ਇਸ਼ਨਾਨ ਕਰਵਾਉਣਾ। ਕਹਿੰਦੇ ਚਲੋ ਠੀਕ ਹੈ, ਚਲੇ ਗਏ। ਲੰਮੇਰੇ ਸਮੇਂ ਬਾਅਦ ਉਹ ਆਏ, ਕਹਿਣਗੇ ਦੇਖੋ ਭਗਤ ਜੀ ਤੁਸੀਂ ਤਾਂ ਸਮਾਂ ਐਵੇਂ ਗਵਾ ਲਿਆ, ਅਸੀਂ 68 ਤੀਰਥਾਂ ਦੇ ਇਸ਼ਨਾਨ ਕਰਕੇ ਆ ਗਏ ਹਾਂ। ਤੇ ਭਗਤ ਜੀ ਕਹਿੰਦੇ ਤੁਹਾਨੂੰ ਇੱਕ ਕੰਮ ਕਿ ਅਸੀਂ ਕੀਤਾ। ਕਹਿੰਦੇ ਹਾਂ, ਜਿਸ ਤੀਰਥ ਤੇ ਅਸੀਂ ਇਸ਼ਨਾਨ ਕਰਦੇ ਸੀ ਇਹ ਤੁੰਬੜੀ ਨੂੰ ਲੋਕੀ ਨੇ ਮਲ ਮਲ ਕੇ ਅਸੀਂ ਇਸ਼ਨਾਨ ਕਰਵਾਉਂਦੇ ਸੀ। ਕਹਿੰਦੇ ਇਹ ਤਾਂ ਫਿਰ ਪਵਿੱਤਰ ਹੋ ਗਈ, ਕਿੰਨੇ ਤੀਰਥਾਂ 68 ਤੀਰਥਾਂ ਦੇ ਇਸ਼ਨਾਨ ਕਰਾ ਕੇ ਲੈ ਗਏ ਹੋ। ਉਹਨਾਂ ਨੇ ਭਗਤ ਕਹਿੰਦੇ ਇਹਦਾ ਪ੍ਰਸ਼ਾਦ ਬਣ ਗਿਆ, ਚਲੋ ਛੋਟੇ ਛੋਟੇ ਟੁਕੜੇ ਕਰਕੇ ਨਾ ਸਾਰਿਆਂ ਨੂੰ ਵੰਡ ਦਿੱਤੇ ਸਾਧੂਆਂ ਨੂੰ। ਕਹਿੰਦੇ ਛਕੋ ਫਿਰ ਇਹ ਪ੍ਰਸ਼ਾਦ ਖਾਓ। ਇਹਨੇ 68 ਤੀਰਥਾਂ ਦਾ ਇਸ਼ਨਾਨ ਕਰਵਾਇਆ, ਇਹਨੂੰ ਧੁਆਇਆ, ਤੁਸੀਂ ਨਵਾਤਾ ਇਹਨੂੰ। ਜਦੋਂ ਮੂੰਹ ਚ ਪਾਇਆ ਟੁਕੜਾ ਥੂ ਥੂ ਕਰਦੇ ਬਾਹਰ ਸੁੱਟਣ ਲੱਗ ਗਏ। ਬੜੀ ਅੱਤ ਦੀ ਕੁੜਤਨ, ਅੱਤ ਦੀ ਕੋੜੀ। ਤੇ ਭਗਤ ਜੀ ਕਹਿੰਦੇ ਬਾਹਰ ਕਾ ਸੁੱਟੇ, ਕਹਿੰਦੇ ਅੱਤ ਦੀ ਇਹ ਤਾਂ ਥੁੱਕਦੇ ਪਏ ਆ, ਮੂੰਹ ਚ ਕੁੜਤਨ ਸਾਰਾ ਮੂੰਹ ਕੋੜਾ ਕਰ ਦਿੱਤਾ ਨੇ। ਕਹਿੰਦੇ ਨੂੰ ਇਸ਼ਨਾਨ ਕਰੋ, ਕਹਿੰਦੇ ਮਲ ਮਲ ਕੇ ਇਸ਼ਨਾਨ ਕਰਵਾਇਆ। ਕਹਿੰਦੇ ਨੂੰ ਮਲ ਮਲ ਕੇ ਇਸ਼ਨਾਨ ਤਾਂ ਕਰਵਾਇਆ, ਅੰਦਰ ਦੀ ਕੁੜਤਨ ਤਾਂ ਦੂਰ ਨਹੀਂ ਹੋਈ। ਹੁਣ ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਤੁਹਾਡੇ ਅੰਦਰ ਕਾਮ, ਕ੍ਰੋਧ, ਅਹੰਕਾਰ, ਵਿਸ਼ੇ ਵਿਕਾਰ। ਤੁਸੀਂ 68 ਤੀਰਥਾਂ ਦੇ ਇਸ਼ਨਾਨ ਕਰ ਗਏ ਕਿ ਤੁਹਾਡੇ ਮਨ ਦੀ ਮੈਲ ਉਤਰ ਗਈ। ਲੋਕੀ 68 ਤੀਰਥ ਨਾਈ, ਕੌਰਾਪਨ ਧੋ ਨਾ ਜਾਈ। ਲੋਕੀ 68 ਤੀਰਥ ਨਾਈ, ਕੌਰਾਪਨ ਧੋ ਨਾ ਜਾਈ। ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੋਰ ਲੱਥੀ ਨਾਤਿਆ ਦੋਏ ਪਰ ਚੜੇ ਸਬੋਰ। ਬਾਹਰ ਧੋਤੀ ਤੁੰਮੜੀ, ਤੁੰਮੜੀ ਨੂੰ ਧਵਾਤਾ, ਇਸ਼ਨਾਨ ਕਰਾਤਾ। ਬਾਹਰ ਧੋਤੀ ਤੁੰਮੜੀ, ਅੰਦਰ ਵਿਸ਼ ਨਕੋਰ, ਅੰਦਰ ਦਾ ਜ਼ਹਿਰ। ਸਤਿਗੁਰ ਫਰਮਾਉਂਦੇ ਪਾਪ ਕਰੇ ਪੰਚਾਂ ਕੇ ਬਸਰੇ। पंचा विकारों के अधीन होकर पाप करी जाता है। पाप करे पंचा के बसरे, तीर्थ नामे कहे सब उतरे। तीर्थ स्नान करके मेरे सारे पाप उतर के कह दिता है। पाप करे पंचा के बसरे, तीर्थ नाए कह सब उतरे। फिर तीर्थों के पहले समय दो स्नान करते, कितना लंबा समय कोई नंगे पैरी जाते, अपना कारोबार छड़ के आते। जो काम धंधे छड़ के जाना है, 2-2 महीने का सफर करके ना, फिर पैसा कमा ली, फिर होर पाप करते, हेरा फेरियां करते, प्रपंच करते, उल्टा ज्यादा प्रपंच करते। पैसा जो उत्थे जाके दान भी करना है, तीर्थ ते जाना है, सफर च पैसा चाहिए। पाप करे पंचा के बसरे, तीर्थ नायक है सब उतरे। बोर कमावे होर पाप करता है, फिर जाओगे अगले साल फिर तीर्थ स्नान करें, फिर पाप उतर जाते जी। बोर कमावे कोई नहीं शंकर, जामपुर बांध खरे कर लंक, फिर जमापुरी च बनिया जाता है। पाप बाहर ते तीर्थों दे स्नान नहीं करना, करना है, करना है, पर केड़े तीर्थ दे स्नान करना? रोजाना तुसी जपजी सच बचन पढ़ते हो, तीर्थ नामा मैं तीर्थ स्नान करा। गुरु नानक साहब ने तीर्थ नामा जे तिस पावा, जे तैनूं चंगा लगे मैं जरूर इशनान करांगा तीर्थों दे जाके, ते जे तैनूं चंगा नहीं लगदा मेरा तीर्थों दे इशनान करना, फिर मैनूं की लोड़ पई तीर्थों दे जाके इशनान करन दी। तीर्थ नामा जे तिस पावा, विन भाणे जिन्होंने चंगा नहीं लगता विन भाणे का नहाए करी, फिर मैं नहा के उत्थे की करना है? किहड़े तीर्थ स्नान करना? कल सत संगत आ जा, सुत टिका के बाणी सुनिया कर, सुन के मन्निया कर। अगे बचन ने सुनिया मन्निया, मन कीता भाओ,
ਜਦੋਂ ਬਾਣੀ ਨੂੰ ਸੁੱਟ ਟਿਕਾ ਕੇ ਸੁਣਿਆ, ਫਿਰ ਮੰਨਣਾ ਕੀਤਾ, ਫਿਰ ਮਨ ਭਾਉ ਕੀਤਾ, ਪਿਆਰ ਕੀਤਾ ਬਾਣੀ ਨਾਲ, ਪਰਮੇਸ਼ਰ ਨਾਲ, ਫਿਰ ਕੀ ਹੋਇਆ ਜੀ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ, ਅੰਤਰਗਤ ਤੀਰਥ ਮਲ ਨਾਓ, ਅੰਦਰ ਹੀ ਗਤੀ ਕਰਵਾ, ਮੁਕਤ ਕਰਵਾ ਤੀਰਥ ਪ੍ਰਗਟ ਹੋ ਗਿਆ। ਅੰਤਰਗਤ ਤੀਰਥ ਮਲ ਨਾਓ, ਉੱਥੇ ਮਲ ਕੇ ਇਸ਼ਨਾਨ ਕਰਨਾ। ਗੁਰੂ ਨਾਨਕ ਸਾਹਿਬ ਨੇ, ਮੈਂ ਉੱਥੇ ਇਸ਼ਨਾਨ ਕਰਦਾ, ਰੋਜ਼ ਕਰਦਾ ਵੇ ਤੀਰਥ, ਤੁਸੀਂ ਇਸ਼ਨਾਨ ਕਰੋ। ਕਿਹੜੇ ਤੀਰਥ? ਤੀਰਥ ਨਹਾਵਣ ਜਾਓ। ਤੀਰਥ ਤੇ ਨਹਾਵਣਾ ਹੈ, ਜਾਂਦਾ ਵਾ ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ ਬਈ, ਸਾਡਾ ਤੀਰਥ ਪਰਮੇਸ਼ਰ ਦਾ ਨਾਮ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇੱਥੇ ਜਨ ਜਨ ਮਾਤਰ ਦੀ ਪਾਪਾਂ ਦੀ ਮੈਲ ਉਤਰਦੀ ਹੈ। ਕਹਿੰਦੇ ਘੋਰ ਤੀਰਥ ਕਿਹੜਾ? ਸ਼ਬਦ ਦੀ ਵਿਚਾਰ ਦਾ, ਜਿਹੜਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਬਾਣੀ ਦੀ ਵਿਚਾਰ ਨਾ, ਕਹਿੰਦੇ ਸ਼ਬਦ ਦੀ ਵਿਚਾਰ ਦੇ ਤੀਰਥ ਇਸ਼ਨਾਨ ਕੀਤਿਆਂ ਅਗਿਆਨਤਾ ਦੀ ਮੈਲ ਉਤਰਦੀ ਹੈ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਗੁਰ ਗਿਆਨ ਤੀਰਥ ਸਦਾ ਪੁਰਬ, ਇਹ ਸਦਾ ਹੀ ਪੁਰਬ ਹੈ, ਸਦਾ ਹੀ ਖੁਸ਼ੀਆਂ ਨੇ। ਇਹੀ ਸਾਡਾ ਤਿਉਹਾਰ ਹੈ। ਗੁਰ ਗਿਆਨ ਤੀਰਥ ਸਦਾ ਪੁਰਬ, 10 ਪੁਰਬ ਸਦਾ ਦਸਹਰਾ, 10 ਪੁਰਬ ਆ ਗਏ ਸਾਡੇ ਤੇ। ਕਹਿਣ ਤੋਂ ਭਾਵ ਅੱਜ ਦਾ ਹੀ ਵਚਨ ਹੈ ਗੁਰਮੁਖਾਂ ਦੀ, ਸਾਧੂਆਂ ਜਿਨ੍ਹਾਂ ਨੇ ਸਾਧਨਾ ਕੀਤੀ ਹੈ, ਮਨ ਨੂੰ ਸਾਧਦੇ ਨੇ, ਮਨ ਨੂੰ ਟਿਕਾਉਂਦੇ ਨੇ, ਉਹਨਾਂ ਦੇ ਚਰਨ ਧੂੜੀ 'ਚ ਇਸ਼ਨਾਨ ਕਰਨਾ, ਨਿਮਰਤਾ ਪਾਵਨ 'ਚ। ਮਾਦ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹੁਣ ਧੂੜੀ ਇੱਕ ਤਾਂ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਕੀ ਗਤ ਪਾਏ, ਚਰਨਾਂ ਦੀ ਧੂੜੀ 'ਚ ਬੜੀ ਬਖਸ਼ਿਸ਼ ਹੈ। ਪਰ ਇੱਥੇ ਜਿਹੜੀ ਧੂੜ ਦਾ ਜ਼ਿਕਰ ਕੀਤਾ ਜਾ ਰਿਹਾ ਨਾ, ਜਿਸ ਇਸ਼ਨਾਨ ਕਰਨ ਦੀ ਬਾਤ ਵੀ ਕੀਤੀ ਗਈ ਹੈ, ਸਾਧ ਕੀ ਧੂੜ ਕਰੋ ਇਸ਼ਨਾਨ। ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ ਦੇ ਬਚਨ। ਹੁਣ ਕੀ ਧੂੜ ਨੂੰ ਇੱਕ ਬਾਲਟੀ 'ਚ ਪਾ ਕੇ ਮੱਗੇ ਨਾਲ ਆਪਣੇ ਸਿਰ ਤੇ ਪਾਣਾ ਹੈ? ਕਿੱਦਾਂ ਕਰੀਏ ਇਸ਼ਨਾਨ? ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਆ ਕੁਰਬਾਨ। ਸਾਧੂ ਦੇ ਉੱਪਰੋਂ ਕੁਰਬਾਨੀ ਦਾ ਪਾਦ ਨੇ, ਸਾਧੂ ਵਚਨ ਕਰਦੇ ਪਏ ਨੇ, ਜੋ ਸਤਿਗੁਰ ਦੀ ਬਾਣੀ ਦੇ ਵਚਨ ਨੇ, ਇਹਨਾਂ ਤੋਂ ਆਪਣੀ ਮੈਂ ਮੇਰੀ ਨੂੰ ਕੁਰਬਾਨ ਕਰਨਾ ਨਹੀਂ, ਮਤ ਛੱਡਣੀ। ਇਹ ਇਸ਼ਨਾਨ ਹੈ। ਮਾਘ ਦਾ ਮਹੀਨਾ ਆਰੰਭ ਹੋ ਗਿਆ, ਇਸ਼ਨਾਨ ਰੋਜ਼ ਕਰੀ ਆਪਾਂ। ਜਿੱਥੇ ਤਨ ਦਾ ਇਸ਼ਨਾਨ ਕਰਨਾ ਹੈ, ਅੱਜ ਵਿਸ਼ੇਸ਼ ਤੌਰ ਤੇ ਉਹ ਅਸਥਾਨ ਜਿਹੜਾ ਪ੍ਰਗਟ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ 434 ਸਾਲ ਪਹਿਲਾਂ, ਜਿੱਥੇ ਬਾਹਰੀ ਵੱਡੇ ਆਕਾਰ ਦਾ ਸਰੋਵਰ ਬਣਾਇਆ ਗਿਆ, ਜਿਹਨੂੰ ਆਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਕਿਉਂ? ਉੱਥੇ ਜਾਤ ਪਾਤ ਦਾ ਅਹੰਕਾਰ ਨਹੀਂ ਕਰਨਾ, ਉੱਥੇ ਇਸ਼ਨਾਨ ਵੀ ਕਰਨਾ। ਜਿੱਥੇ ਤਨ ਦਾ ਇਸ਼ਨਾਨ ਕਰਨਾ, ਉੱਥੇ ਮਨ ਦਾ ਵੀ ਇਸ਼ਨਾਨ ਕਰਨਾ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਦੇ ਰੋਗ ਹੀ ਕੱਟੇ ਗਏ, ਤਨ ਦੇ ਰੋਗ ਹੀ ਕੱਟੇ ਜਾਣੇ ਹਨ। ਉਹ ਅਸਥਾਨ ਪ੍ਰਗਟ ਕਰ ਲਈ ਅੱਜ, ਜਿੱਥੇ ਸਤਿਗੁਰ ਨੇ ਦੇਖੋ, ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਨਾ, ਦੋ ਗੱਲਾਂ ਧਿਆਨ 'ਚ ਰੱਖੀਆਂ ਧੰਨ ਗੁਰੂ ਅਰਜਨ ਸਿੰਘ ਨੇ ਕਿ ਇੱਕ ਦਿਨ ਕਿਹੜਾ ਚੁਣਿਆ ਜਾਵੇ। ਲੋਕ ਮਾਘੀ ਦੀ ਸੰਗਰਾਂਦ ਨਾਲ ਜੁੜੇ ਸੀ। ਮੱਕਰ ਦੀ ਸੰਗਰਾਂਦ ਬੜਾ ਪਵਿੱਤਰ ਦਿਨ ਹੈ ਤੇ ਜਾਂਦੇ ਸਨ ਹੋਰ ਹੋਰ ਤੀਰਥਾਂ ਤੇ, ਪਰ ਇੱਥੇ ਨਾਮ ਦੇ ਤੀਰਥ ਨਾਲ ਜੋੜਨ ਲਈ, ਜਿੱਥੇ ਅੱਠੇ ਪੈਰ ਨਾਮ ਦਾ ਪ੍ਰਵਾਹ, ਬਾਣੀ ਦਾ ਪ੍ਰਵਾਹ ਚੱਲਣਾ ਹੈ। ਸਰਵ ਸਾਂਝਾ ਸਥਾਨ, ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਜਿੱਥੇ ਹਰ ਪ੍ਰਕਾਰ ਦੇ ਲੜਾਈ ਝਗੜੇ ਨੂੰ ਨਿਪਟਾਇਆ ਜਾਂਦਾ ਹੈ ਨਾਮ ਨਾਲ ਜੋੜ ਕੇ। ਉਹ ਅਸਥਾਨ ਡਿੱਠੇ ਸਭੇ ਥਾਂ, ਨਹੀਂ ਤੁਧ ਜੇਹਿਆ ਬਤੋ ਪੁਰਖ ਵਿਦਾਤੇ ਤਹਾਂ ਤੂੰ ਸੋਇਆ।
ਤੇ ਵਿਸ਼ੇਸ਼ ਤੌਰ ਤੇ ਸਾਧੂ ਨੇ ਫਿਰ ਇਹ ਦਿਨ ਚੁਣਿਆ, ਮਾਘੀ ਦੀ ਸੰਗਰਾਂਦ ਦਾ ਦਿਨ, ਸੰਮਤ 1645। ਤੇ ਦੂਜਾ ਨੀਂਹ ਰਖਵਾਈ ਕਿੰਨੇ ਕੋਲ ਜਾਵੇ? ਆਪਣੇ ਰੂਹਾਨੀਅਤ ਆਤਮਿਕ ਜਿਹੜੇ ਪਿਆਰੇ ਮਿੱਤਰ ਸਨ, ਬੰਦਗੀ ਚ ਬੜੇ ਪੁਰਖ ਸਨ, ਉਹ ਸਨ ਸਾਈਂ ਮੀਆਂ ਮੀਰ ਜੀ। ਇੱਥੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ, ਇੱਥੇ ਸਾਂਝਾ ਧਰਮ, ਤੂੰ ਸਾਂਝਾ ਸਾਹਿਬ ਬਾਬ ਹਮਾਰਾ। ਇੱਥੇ ਇਹ ਉਪਦੇਸ਼ ਕਰਨਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵਿਸ਼ੇਸ਼ ਤੌਰ ਤੇ ਗੁਰੂ ਕੇ ਸਿੱਖਾਂ ਨੂੰ ਭੇਜਿਆ, ਭਾਈ ਬੜੇ ਸਤਿਕਾਰ ਨਾਲ ਲਾਹੌਰ ਜਾਵੋ ਤੇ ਸਾਈਂ ਮੀਆਂ ਮੀਰ ਜੀ ਨੂੰ ਲੈ ਕੇ ਆਣਾ। ਸਾਈਂ ਮੀਆਂ ਮੀਰ ਜੀ ਪਾਸੋਂ ਅੱਜ ਦੇ ਦਿਨ 434 ਸਾਲ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਰਖਵਾਈ ਸਤਿਗੁਰੂ ਜੀ ਨੇ। ਇਹ ਤੀਰਥ ਪ੍ਰਗਟ ਕੀਤਾ, ਨਾਮ ਨਾਲ ਜੋੜਨਾ ਕੀਤਾ, ਗੱਲ ਤਾਂ ਨਾਮ ਧਿਆਨੀ ਹੈ। ਤੇ ਦੂਜਾ ਮਾਘੀ ਦਾ ਜੋੜ ਮੇਲਾ, ਨਾਲ ਆਪਾਂ ਬਚਨ ਸਾਂਝੇ ਕਰਨੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਆਪਾਂ ਰੋਜ਼ਾਨਾ ਨਿਮਰਤਾ ਪਾਉਣੀ, ਸਤ ਸੰਗਤ ਕਰਨੀ ਹੈ, ਅਹੰਕਾਰ ਨਹੀਂ ਕਰਨਾ। ਧੂੜ ਬਣ ਕੇ ਗੁਰਸਿੱਖਾਂ ਦੀ ਧੂੜ ਵੀ ਲੈਣੀ ਹੈ। ਨਾਲੇ ਗੁਰੂ ਨਾਨਕ ਸਾਹਿਬ ਦਾ ਬਚਨ ਨਾ, ਧੰਨ ਗੁਰੂ ਅਰਜਨ ਸਾਹਿਬ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣੁਕਾ। सारे ने चले धूड़ी बनने, निमरता पाने से हो सपना की रेणुका, तो आओ हमारे पास। ये भी आप अरदास करते हैं, अंतरजामी पुरख बिताते, श्रद्धा मन की पूरे, नानक दास ऐ सुख मांगे, मुख संतन की धूरे। गुरमुखा दे चले धूड़ी बनना है, गुरमुखा दे चले धूड़ी लैनी है, निमरता पाने से। माघ मजन संसार धूड़ी का इशनान, हर का नाम ध्याए सुन। इशनान कितना करना धूड़ी च? हरि का नाम ध्याना है। कि असी नाम ध्या सकते हैं, कि असी नाम जप सकते हैं? असी नहीं जप सकते। ਸਾਡੇ ਅੰਦਰ ਤਾਂ ਹੋਰ ਜਾਪ ਚੱਲਦਾ ਹੈ। ਕਿਹੜਾ ਜਾਪ ਚੱਲਦਾ? ਮਾਇਆ ਮਨੋ ਨਾ ਵਿਸਰੈ, ਮਾਇਆ ਮਨੋ ਨਾ ਵਿਸਰੈ, ਮੰਗੈ ਦਮ ਦਮਾ ਦਮ, ਸੋ ਪ੍ਰਭ ਚਿਤ ਨ ਆਵੇ, ਨਾਨਕ ਨਹੀਂ ਕਰਮ। ਫਿਰ ਆਪਾਂ ਅਰਦਾਸ ਹੀ ਕਰ ਸਕਦੇ ਹਾਂ, ਮੰਗਣਾ ਹੈ। ਵਿਸਰ ਨਹੀਂ ਦਾਤਾਰ, विसर नहीं दातार, अपना नाम देखो, 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 अपना नाम देखो। ਆਪਾਂ ਮੰਗਦੇ ਆ, ਮੰਗਤੇ ਮੰਗਣ ਵਾਲੇ ਭਿਖਾਰੀਆਂ, ਮੰਗਦੇ ਹੀ ਰਹਿੰਦੇ ਆ ਤੇ ਦਾਤਾ ਹੀ ਸੁਭਾਏ ਦੇਣ ਵਾਲਾ। ਆਖੇ ਮੰਗੇ ਦੇ ਦੇ, ਆਪਾਂ ਆਖਦੇ ਆ, ਮੰਗਦੇ ਆ, ਇਹ ਵੀ ਦੇ ਦਿਓ ਜੀ, ਉਹ ਵੀ ਦੇ ਦਿਓ ਜੀ, ਇਹ ਵੀ ਦੇ ਦਿਓ, ਮੰਗਦੇ ਰਹਿੰਦੇ। ਸਾਨੂੰ ਦਾਤਾ ਮਿਲਦੀਆਂ ਰਹਿੰਦੇ ਨੇ, ਆਪਾਂ ਲੈ ਲੈ ਕੇ ਭੁੱਲ ਵੀ ਜਾਂਦੇ ਆ, ਸ਼ੁਕਰਾਨਾ ਨਹੀਂ ਕਰਦੇ। ਸਤਿਗੁਰੂ ਤੱਕ ਦੇ ਸੋ ਕਿਉਂ ਬਿਸਰੈ ਜਿਹਨੇ ਸਭ ਕੁਝ ਦਿਆ। ਕਿਉਂ ਵਿਸਾਰਦਾ ਪਿਆ ਜਿਹਨੇ ਤੈਨੂੰ ਸਭ ਕੁਝ ਦਿੱਤਾ ਹੋਇਆ। ਅਸੀਂ ਆਖਦੇ ਆ, ਮੰਗਦੇ ਆ। ਹੁਣ ਇਸੇ ਪੰਗਤ ਸਾਡਾ ਸੁਭਾਅ ਵੀ ਹੈ ਤੇ ਵਾਹਿਗੁਰੂ ਦਾ ਸੁਭਾਅ ਵੀ, ਆਖੇ ਮੰਗੇ ਦੇ ਦੇ। ਅਸੀਂ ਇਹੀ ਬੋਲੇ, ਦੇ ਦੋ ਦੇ ਦੋ, ਇਹ ਵੀ ਦੇ ਦੋ। ਅੱਧੀ ਪੰਦੀ ਕਹਿੰਦੇ ਦਾਤ ਕਰੇ ਦਾਤਾਰ। ਦਾਤਾ ਹੀ ਦਾ ਸੁਭਾਅ, ਦਾਤ ਕਰਦੇ ਨੇ, ਦੇ ਹੀ ਜਾਂਦੇ ਨੇ। ਉਹ ਦਿੰਦਾ ਹੈ, ਅਸੀਂ ਲੈਂਦੇ ਆ, ਲੈ ਕੇ ਆਪਾਂ ਥੱਕ ਜਾਂਦੇ ਆ, ਮਰ ਮੁੱਕ ਜਾਂਦੇ ਆ, ਸਾਡੀ ਕਹਾਣੀ ਮੁੱਕ ਜਾਂਦੀ ਹੈ। ਪਰ ਦੇਣ ਵਾਲੇ ਦਾਤੇ ਦੀ ਕਹਾਣੀ ਮੁੱਕਦੀ ਨਹੀਂ।
ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਹੀ। ਮੰਗਣੇ ਆਪਾਂ ਦੁਨਿਆਵੀ ਪਦਾਰਥ ਵੀ ਮੰਗਣੇ ਨੇ। ਮਾਣ ਮੰਗੂ, ਤਾਣ ਮੰਗੂ, ਧਨ ਲਖਮੀ ਸੁਤ ਦੇ। ਇਹ ਪਦਾਰਥ ਨੇ ਧਨ ਵੀ ਦੋ ਜੀ, ਅਸੀਂ ਭਿਖਾਰੀਆਂ ਲੈਣਾ ਤੇਰੇ ਕੋਲ। ਮਾਣ ਵੀ ਮੰਗਣਾ, ਤਾਣ ਵੀ ਮੰਗਣਾ। ਮਾਣ ਮੰਗੂ, ਤਾਣ ਮੰਗੂ, ਧਨ ਲక్ష్ਮੀ ਲਖਮੀ ਸੁਤ ਦੇ। ਇਹ ਦਾਤਾਂ ਮੰਗਣੀਆਂ ਨੇ। ਪਰ ਸਤ ਸੰਗਤ ਕਰਦੇ ਜਦੋਂ ਆ ਕੇ ਮੰਗਦੇ ਨਾ, ਫਿਰ ਇੱਕ ਦਿਨ ਸੋਝੀ ਆਂਦੀ ਏ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਤੇਰੇ ਦਾਨ ਚ ਕੋਈ ਕਮੀ ਨਹੀਂ, ਤੂੰ ਦੇਣਾ, ਤੇਰੀ ਮਤ ਐਸੀ, ਤੂੰ ਦੇਈ ਜਾਂਦਾ ਪੂਰਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭਿਖਾਰੀ ਜਿयो, ਮੈਂ ਕਿਆ ਮੰਗੂ। ਮੈਂ ਦੁਨਿਆਵੀ ਪਦਾਰਥ ਕੀ ਮੰਗਾ। ਹੁਣ ਸੋਝੀ ਆ ਕਿ ਜੋ ਮੈਂ ਮੰਗਦਾ ਸੀ ਨਾ, ਇਹ ਸਾਰੇ ਬਿਨਸਣ ਵਾਲੇ ਨੇ। ਹੁਣ ਵੱਡੀ ਦਾਦੇ ਜਿਹੜੀ ਬਿਨਸਦੀ ਨਹੀਂ ਹੈ, ਜਿਹੜੀ ਨਾਸ਼ ਮੰਨਣੀ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜਿयो, ਮੈਂ ਕਿਆ ਮੰਗੂ। ਇੱਕ ਮੈਂ ਕਿਆ ਮੰਗੂ, ਕਿਛ ਫਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜਿयो। अपना प्यारा नाम ही बख्शिश कर दे, यही मंगना है। विसर नाही दातार अपना नाम देखो, अपना नाम देखो। गुण गावा दिन रात, गुण गावा दिन रात। दिने भी राती भी 24 घंटे अठे पैर तेरे गुण गाई जावा। गुण गावा दिन रात, नानक चाओ इहो। मस्ताने हो गए। भाई नानक असली गुण गाते ने गुरु गोबिंद सिंह दे। नासो मंसूर गुरु गोबिंद सिंह, एज़दी मंसूर गुरु गोबिंद सिंह, हक हक अगाह गुरु गोबिंद सिंह, शाह शहनशाह गुरु गोबिंद सिंह, हक हक अंदेश गुरु गोबिंद सिंह, बादशाह दरवेश गुरु गोबिंद सिंह। गुण गाउंदे दिन रात। इदां अंदर प्रवाह चल पैंदा है, अंदर अजपा जाप चल पैंदा। इस तरह अवस्था बननी, दम दम सदा संभालदा, दम ना बिरथा जाए। माता त्रिपता जी कहन लगे, पुत्र नानक सारे सुते पे ने। 2:15 ਦਾ ਸਮਾਂ, ਰਾਤ 1:15 ਪੈਰ ਰਹਿੰਦੀ ਹੈ ਜੀ। 1:15 ਪੈਰ ਰਾਤ ਰਹਿੰਦੀ। 2:15 ਤੋਂ ਚੌਂਕੜਾ ਮਾਰ ਕੇ ਬੈਠਾ, ਛੋਟੀ ਉਮਰੇ ਗੁਰੂ ਨਾਨਕ ਸਾਹਿਬ ਦੀ। ਕਹਿੰਗੇ ਬੇਟਾ ਆਰਾਮ ਕਰ ਲੈ, ਸਾਰੇ ਸੁੱਤੇ ਪਏ ਨੇ। ਨਹੀਂ ਮਾਂ ਸਾਰੇ ਨਹੀਂ ਸੁੱਤੇ, ਜਾਗਦਾ ਕੌਣ ਜਾਗਦਾ? ਆਵਾਜ਼ ਆ ਰਹੀ, ਕਿੱਦੀ ਆ ਰਹੀ? ਧਿਆਨ ਨਾਲ ਸੁਣਿਆ, ਬਬੀਹਾ ਬੋਲਦਾ ਪਿਆ, प्रियो प्रियो करता पे। क्यों बोलता? प्यासा भाई, उन्होंने प्यास लगी, स्वांति बोली तड़पदा। इसे तरीके गुरु के सिख चौंकड़ा मार के वाहिगुरु वाहिगुरु का जाप करते, पुकारा करते। बबीहा अमृत वेले बोले, आ तादा सुनी पुकार, मैं ज्ञानो फरमान हुआ वर्षों कृपा तार। माता जी ये आखते, कहेंगे बेटा आराम कर ले। कहेंगे आराम ता करांगा जे मैं रवांगा। पुत्र नानक किहो जिहा बातां करदा, तू रह, तेरी उम्र मेरी उम्र ही तैनूं लग जाए, तू एक ही आखदा आराम ता करांगा जे मैं रवांगा। जीवदा रवांगा ता रवांगा ना, मैं तां मर जाना। जे नाम नहीं जपदा, उन्दी सिलसिला नहीं आखदा ते मर जाना। मेरी गिनती मुर्दी चल जाती है। आखर जीवा विसरै मर जाओ। ਇਹੋ ਜੀ ਅਵਸਥਾ ਅੰਦਰ ਬਣਨੀ, ਅੰਦਰ ਜਪਾ ਜਾਪ ਚੱਲਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ।
हर का नाम ध्याए सुन, सुट टिका के सुनना। जिथे आप वाहिगुरु वाहिगुरु जपते हैं, कई बार दूजा तो खान ली वाहिगुरु वाहिगुरु जपते हैं, नहीं, जपदे सुनिए। वाहेगुरु 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 नेम बनाइए, जपिया। सारी बाणी सानू जपण लई प्रेरणा करदी की जप पाई। ते जिन्हें जपिया ना, फिर जिन्हें हर जपिया से हर कोई हर मिलिया केल केलाली। छोटी उम्र है, 5 साल 6 साल के लगभग, ये आनड़ी उम्र बालड़ी उम्र जपदे ने। भगत कबीर जी को आए, कह लगे पंडित जी, कहलगे तुसी जपदे हो, मेरे को जपिया नहीं जाता। कहलगे जपन की जाच सीखो। कित्थों सीखा? राम जपो जी ऐसे ऐसे, राम जपो जी। ठीक है, तुसी राम राम जपदे हो, पर तुहाडे जपन च बड़ा फर्क है। राम राम करता सब जग फिरे, राम ना पाया जाए। मथे ते बड़ा तिलक लगाया, हाथ च माला पकड़ी, माथे तिलक हाथ माला बनना, लोगन राम खिलौने ना, तुसा राम खिलौने ही समझा है, मजाक ही समझा है। इदा नहीं गल बनती। बथेरे लोग राम राम करते, बथेरे लोग वाहिगुरु वाहिगुरु करते, जुड़ के ते जुड़न भी अरदास करनी, दाता ही असी नहीं जोड़ सकते, तुसी जोड़ो, कृपा करो, तरले मिन्नतां करने, कृपा करो, बख्शिश करो, दाता ही बख्शिश करो। एक जुगती सानू भी आज, राम जपो जी ऐसे ऐसे, ध्रुव प्रहलाद जपियो हर जैसे। हर का नाम ध्याए सुन। फिर अगला काम है, तू होर दान ता बड़े करता है। हर का नाम ध्यान सुन, सपना नो कर दान। ये भी दान करने का, दाना से दान, नाम दान सब तो बड़ा दान है। आप गुरु घर आना, दूजे को प्रेरणा करके लेके आना, जुड़ना भाई। हर का नाम ध्याए सुन, ये स्नान करना है, ये दान भी करना है, बड़ा दान है। हर का नाम ध्याए सुन, सबना नो कर दान। सबना किसी प्रकार का वितकरा नहीं कि ये हिंदू है, ये मुसलमान, सबना भाई अल्लाह दी। हुन गुरु नानक साहब कहते अल्लाह अल्लाह जप ले, राम राम जप ले, वाहिगुरु वाहिगुरु जप ले। नाम होंदे अनेकां ने, पर जप गुरु ग्रंथ ਸਾਹਿਬ सब सांझे सतगुर ने, ते सबना नु जोड़दे ने भाई। सतगुर होंदे ही ऐसा, नानक सतगुर ऐसा जानिए जो सबना लय मिलाए जियो, सारे नु जोड़ दे। गुरु नानक ने कितना सफर किया, जोड़ना किया। मक्के भी गए, मदीने भी गए, हरिद्वार भी गए, जनकपुरी भी गए, सब तो उच्चे स्थान सुमेर पर्वत चले गए, जोगियां नु जोड़िए। तो किते सरबत दे भले दी बात है। नाम नाल जुड़ना तो जोड़ना है भाई, काम धंधे नहीं छड़ने, काम धंधे ही करने ने। ते सतगुर जुक्ति समझाते ने, हाथ पांव कर काम सब, चीत निरंजन नाल। बंदगी करनी कर बंदे तू, बंदगी जिच्चर घट मैं सा। हर का नाम ध्याए सुन, सबना नो कर दान। होवेगा कि जन्म कर्म मल उत्तर है। बाहर दे तीर्थ दे स्नान ते तन दी मैल तो दी मन ते मैल चढ़ दी। मैं इतने तीर्थां दे स्नान कीता, पर नाम नाल जुड़ेगा, नाम जपेगा, फिर जन्म कर्म मल उतरे, मन ते जाए गुमान, फिर मन चो गुमान अपने आप अंकार जाएगा।
ਕਾਮ ਕ੍ਰੋਧ ਨਾ ਮੋਹੀ ਹੈ। ਕਾਮ ਇੱਕ ਵਿਸ਼ੇ ਵਾਸਨਾ ਹੈ, ਇੱਕ ਸਾਡੀਆਂ ਕਾਮਨਾਵਾਂ ਨੇ ਨਾ, ਇਹ ਸਾਡੀਆਂ ਕਾਮ ਹੀ ਹੈ। ਕਾਮ ਕਾਮ ਸਭ ਕੋ ਕਹਿ, ਕਾਮ ਨਾ ਜਾਣੈ ਕੋਇ, ਜੋ ਜੋ मन की कामना यही काम हुए। मन ਦੀਆਂ ਕਾਮਨਾਵਾਂ ਵੀ ਕਾਮ ਰੂਪ ਵਿੱਚ ਇਹ ਨਹੀਂ ਮੋਹਿਤ ਕਰਨੀਆਂ, ਨਹੀਂ ਫਸਾਣੀਆਂ। ਕਾਮ ਕ੍ਰੋਧ ਵੀ ਨਹੀਂ, ਕਾਮ ਕ੍ਰੋਧ ਨਾ ਮੋਹੀ ਹੈ। ਬਿਨ ਸੈ ਲੋਭ ਸਵਾਣ, ਜਿਹੜਾ ਸਾਡੇ ਤੇ ਲੱਗਦਾ ਕੁੱਤਾ ਭੌਂਕਦਾ ਰਹਿੰਦਾ ਨਾ, ਇਹ ਬਿਨਸ ਜਾਵੇਗਾ, ਨਾਸ਼ ਹੋ ਜਾਏਗਾ ਕੁੱਤੇ ਦਾ। ਕਾਮ ਕ੍ਰੋਧ ਨਾ ਮੋਹੀ ਹੈ, ਬਿਨ ਸੈ ਲੋਭ ਸਵਾਣ। ਇਹ ਜਿਹੜਾ ਮਾਰਗ ਵੇ, ਇਹ ਜਿਹੜਾ ਮਾਰਗ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਾਣ। ਫਿਰ ਸੱਚੇ ਮਾਰਗ ਤੇ ਜਦ ਚੱਲੇਗਾ ਬੰਦਗੀ ਦੇ ਮਾਰਗ ਤੇ, ਫਿਰ ਤੇਰੀ ਜੈ ਜੈਕਾਰ ਹੋਵੇਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਭਗਤ ਧਰੂ ਜੀ ਦੀ ਜੈ ਜੈਕਾਰ ਹੈ, ਭਗਤ ਕਬੀਰ ਦੀ ਜੈ ਜੈਕਾਰ ਹੈ। ਗੁਰੂ ਨਾਨਕ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ, ਦੱਸੋ ਭਾਈ, ਜਦੋਂ ਭਗਤ ਕਬੀਰ ਜੀ ਹੋਏ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ, ਸਮਰਾਟ ਕੌਣ ਸੀ? ਕੋਈ ਕਹਿੰਦਾ ਅਕਬਰ ਹੈ, ਕੋਈ ਆਖਦਾ ਬਾਬਰ ਹੈ, ਕੋਈ ਆਖਦਾ ਹਮਾਯੂ, ਕਿਸੇ ਨੇ ਆਖਿਆ ਸਿਕੰਦਰ। ਕਹਿੰਦੇ ਜਿੰਦੇ ਕੋਲ ਲੱਖਾਂ ਸਿਪਾਹੀ ਸਨ, ਜਿਹੜੇ ਸੋਹਣੇ ਮਹਿਲ ਚ ਰਹਿੰਦਾ ਸੀ, ਉਹਦੇ ਬਾਰੇ ਪਤਾ ਨਹੀਂ। ਜਿਹੜਾ ਟੁੱਟੀ ਝੌਂਪੜੀ ਚ ਰਹਿੰਦਾ ਸੀ, ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰਦਾ ਸੀ, ਉਹਦਾ ਨਾਮ ਪਤਾ ਹੈ। ਕਿਉਂਕਿ ਬੰਦਗੀ ਕਰਨ ਵਾਲੀ ਦੀ ਵਡਿਆਈ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮਿਟਾ ਨਹੀਂ ਸਕਦਾ ਉਹਨਾਂ ਦੀ ਸ਼ੋਭਾ ਸਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਤਾਂ ਸਾਰੇ ਪੁੰਨ ਹੋ ਗਏ। 800 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਣ। ਜੀਵਾਂ ਪਰ ਦਇਆ ਕਰਨੀ, ਮਦਦ ਕਰਨੀ, ਗਰੀਬਾਂ ਦੀ ਬਾਹ ਫੜਨੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ। ਅੰਦਰ ਦਇਆ ਦੀ ਭਾਵਨਾ ਵੀ। ਪਰ ਦਇਆ ਕਿਹਨੂੰ ਮਿਲਦੀ? ਕਹਾਂਗੇ ਜਿਸ ਨੂੰ ਦੇਵੇ ਦਇਆ ਕਰ। ਪਰਮਾਤਮਾ ਦੀ ਦਇਆ ਹੋਵੇ ਤੇ ਦਇਆ ਵਾਲਾ ਗੁਣ ਮਿਲਦਾ ਹੈ। ਸਭ ਤੋਂ ਪਹਿਲਾਂ ਆਪਣੇ ਤੇ ਦਇਆ ਕਰਨੀ ਭਾਈ, ਆਪਣੇ ਤੇ ਦਇਆ। ਬਈ ਮੇਰਾ ਜਨਮ ਵਿਅਰਥ ਜਾ ਰਿਹਾ, ਮੈਂ ਜੀਵਨ ਦੀ ਬਾਜੀ ਹਾਰਦਾ ਪਿਆ ਵਾਂ, ਹੋਰ ਦੁਨਿਆਵੀ ਪਦਾਰਥ ਇਕੱਠੇ ਕਰਦਾ ਪਿਆ ਵਾਂ, ਪਰ ਜਿਹੜਾ ਕੰਮ ਕਰਨ ਲਈ ਆਇਆ ਉਹ ਕਰਦਾ ਨਹੀਂ ਪਿਆ। ਨਾਮ ਦਾ ਧਨ ਜਿਹਨੇ ਲਾਹਾ, ਇਹਾਂ ਖਾੜ ਚਲੋ ਹਰ ਲਾਹਾ, ਆਗਿਆ ਬਸਨ ਸੁਈਲਾ। ਅੰਮ੍ਰਿਤ ਵੇਲੇ ਉੱਠਣਾ, ਝੋਕੜਾ ਮਾਰ ਕੇ ਬਹਿਣਾ, ਸਤ ਸੰਗ ਨਾਲ ਜੁੜਨਾ, ਬਾਣੀ ਨਾਲ ਜੁੜਨਾ, ਸੱਚੀਆਂ ਕਮਾਈ, ਫਿਰ ਸੱਚੀਆਂ ਖੁਸ਼ੀਆਂ, ਫਿਰ ਸੱਚੀਆਂ ਖੁਸ਼ੀਆਂ, ਲੱਖ ਖੁਸ਼ੀਆਂ, ਪਾਤਸ਼ਾਹੀਆਂ। ਜੇ ਸਾਗੂ ਨਦਰ ਕਰੇ ਫਿਰ ਵੱਡੀਆਂ ਖੁਸ਼ੀਆਂ ਮਿਲਦੀਆਂ ਨੇ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਉਹ ਪੁਰਖ ਸੁਜਾਨ ਹੈ, ਸਿਆਣਾ ਹੈ, ਜਿਹਨੂੰ ਇਹ ਦਾਤ ਮਿਲ ਗਈ। ਅੱਗੇ ਫਿਰ ਸਤਿਗੁਰ ਫਰਮਾਉਂਦੇ ਹਨ, ਕਹਿ ਲਗੇ ਦੇਖੋ ਮਾਰਗ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਸੋਈ ਪੁਰਖ ਸੁਜਾਨ। ਤੇ ਸਤਿਗੁਰ ਫਰਮਾਉਂਦੇ ਕਹਿੰਦੇ ਉਹ ਪੁਰਖ ਪਿਆਰੇ ਨੇ, ਮਾਗ ਸੁਚੇ ਸੇ ਕਾਂਢੀ ਹੈ, ਜਿਨ ਪੂਰਾ ਗੁਰ ਮਿਹਰਬਾਨ। ਇਹ ਮਾਗ ਦੇ ਮਹੀਨੇ ਚ ਉਹ ਸੁੱਚੇ ਹੋ ਗਏ, ਉਹ ਪਵਿੱਤਰ ਹੋ ਗਏ, ਜਿਨ੍ਹਾਂ ਉੱਪਰ ਪੂਰੇ ਗੁਰੂ ਦੀ ਮਿਹਰਬਾਨਤਾ ਹੋਈ, ਬਖਸ਼ਿਸ਼ ਹੋਈ। ਹੁਣ ਦੇਖੋ, ਭਾਵੇਂ ਬਿਦਾਵਾ ਲਿਖਿਆ ਜ਼ਰੂਰ ਗਿਆ ਹੈ, ਕਈ ਆਪਦੇ ਬਿਦਾਵਾ ਨੇ ਲਿਖਿਆ, ਪਰ ਸੱਚਾਈ ਹੈ ਗੁਰੂ ਕੇ ਸਿੱਖ ਵਿਛੜਦੇ ਹਨ, ਵਿਛੋੜਾ ਪੈਂਦਾ। ਇਹ ਸਤਿਗੁਰੂ ਨੇ ਚੋਜ ਵਰਤਾਇਆ, ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਚੋਜ ਵਰਤਾਇਆ ਹੈ। ਕਿਉਂਕਿ ਇਹ ਬਚਨ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਖ ਨਾ ਪਾਵੇ, ਪਾਵੇ ਮੁਖ ਨਾ ਹੋਰਤਾ ਕੋਈ, ਪੁੱਛੋ ਵੇਖਿਆ ਜਾਏ। ਜਿਹੜੇ ਬੇਮੁਖ ਹੋ ਗਏ ਉਹਨਾਂ ਨੂੰ ਕਿਤੇ ਹੋਰ ਮੁਕਤੀ ਨਹੀਂ ਮਿਲਣੀ। ਮੁਕਤੀ ਵਾਸਤੇ ਆਖਰ ਗੁਰੂ ਦੀ ਸ਼ਰਨ ਆਉਣਾ ਹੀ ਪੈਂਦਾ ਹੈ। ਵਿਛੜ ਗਏ, ਸਰਸਾ ਦਰਿਆ ਦੇ ਕਿਨਾਰੇ ਤੇ ਵਿਛੜ ਗਏ। ਦੁਨੀ ਚੰਦ ਵਰਗਾ ਵੀ ਵਿਛੜ ਗਿਆ ਸੀ, ਸੱਪ ਲੜ ਕੇ ਮਰ ਗਿਆ।
ਉਹਦੇ ਪੋਤਰਿਆਂ ਨੂੰ ਅਹਿਸਾਸ ਹੋਇਆ, ਵਾਪਸ ਆ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਕਹਿੰਦੇ ਸਤਿਗੁਰੂ ਜੀ ਸਾਡੇ ਦਾਦਾ ਜੀ ਕੋਲੋਂ ਵੱਡੀ ਗਲਤੀ ਹੋ ਗਈ, ਕਿਰਪਾ ਕਰੋ, ਬਖਸ਼ ਲਓ। ਤੇ ਉਹਨਾਂ ਨੇ ਇਹ ਦਾਗ ਉਤਾਰਨ ਲਈ ਨਾ ਨਿਰਮੋਹਗੜ੍ਹ ਦੇ ਜੰਗ ਦੇ ਵਿੱਚ ਜੂਝਦੇ ਰਹੇ ਤੇ ਭਾਈ ਦੁਨੀ ਚੰਦ ਦੇ ਪੁੱਤਰ ਸ਼ਹੀਦ ਹੋ ਗਏ ਸਨ। ਬੇਮੁਖ ਹੋਏ, ਗੁਰੂ ਦੀ ਸ਼ਰਨ ਆ ਗਏ। ਏਦਾਂ ਹੀ ਭਾਈ ਜੋਗਾ ਜੀ ਵਿਛੜਨ ਲੱਗੇ ਸੀ, ਪਰ ਗੁਰੂ ਨੇ ਬਚਾ ਲਿਆ। ਫਿਰ ਇਤਿਹਾਸ ਆਖਦਾ, ਉਸ ਵਿਚਾਰ ਕਰਦੇ ਨਾ ਗੱਲ ਕਿੱਦਾਂ ਬਣੀ। ਭਾਈ ਦੇਸ ਸਾਹਿਬ ਵੜੈਚ ਜੀ, ਜਿਹੜੇ ਭਾਈ ਮਾਈ ਭਾਗੋ ਦੇ ਸੋਹਰਾ ਸਾਹਿਬ ਸਨ, ਭਾਈ ਨਿਸ਼ਾਨ ਸਿੰਘ ਭਾਈ ਸੁਲਤਾਨ ਦੇ ਪਿਤਾ ਸਨ, ਚੜ੍ਹਾਈ ਕਰ ਗਏ ਤੇ ਇੱਥੇ ਪੱਟੀ ਚ 17ਵਾਂ ਉਹਨਾਂ ਦਾ ਮਨਾਰੇ ਸੀ, ਬੜਾ ਭਾਰੀ ਕੱਟ ਸੀ ਤੇ ਵਿਚਾਰਾ ਚੱਲ ਪਿਆ। ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ, ਸੱਸਾ ਦਰਿਆ ਦੇ ਕਿਨਾਰੇ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਹ ਬਾਤਾਂ ਹੁਣ ਕਿੱਥੇ ਦੀਨੇ ਕਾਂਗੜੇ ਕੋਲ ਨੇ। ਕਹਿੰਦੇ ਆਪਾਂ ਵਿਛੜੇ ਆ ਤੇ ਚਲੀਏ। ਉੱਥੇ ਲਗਭਗ 200-300 ਮੱਝ ਦੇ ਇਲਾਕੇ ਲਾਹੌਰ ਤੋਂ ਵੀ ਆਏ ਸਨ, ਉਹਨਾਂ ਦਾ ਭਾਰੀ ਇਕੱਠ ਸੀ। ਵਿਚਾਰ ਹੋਈ ਫਿਰ ਚਲੀਏ ਤੇ ਇਤਿਹਾਸ ਕਰਨ ਜ਼ਿਕਰ ਕੀਤਾ ਕਿ 200 ਦੀ ਗਿਣਤੀ, ਕਹਿੰਦੇ 300 ਦੀ ਗਿਣਤੀ ਚ ਮਾਤਾ ਮਾਈ ਭਾਗੋ ਜੀ ਵੀ, ਉਹਨਾਂ ਦੀ ਇਹ ਵੀ ਇੱਛਾ ਸੀ ਕਿ ਮੈਨੂੰ ਪੁੱਤਰ ਦੀ ਦਾਤ ਵੀ ਮਿਲੇ। ਤੇ ਚਲਦੇ ਚਲਦੇ ਤੋਂ ਗੁਰੂ ਕਲਗੀਧਰ ਪਾਤਸ਼ਾਹ ਕੋਟਕਪੂਰੇ ਤੋਂ ਲੰਘੇ ਨੇ, ਖਿਦਰਾਣੇ ਦੀ ਢਾਬ ਵੱਲ ਜਾ ਰਹੇ ਨੇ ਤੇ ਰਾਮਿਆਣੇ ਪਿੰਡ ਦੇ ਕੋਲ ਇਹ ਪੰਚਾਇਤ ਮੱਝ ਦੀ ਪਹੁੰਚ ਗਈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੇਖਿਆ ਧੂੜ ਉੜਦੀ ਪਈ ਸੀ। ਉਹਨਾਂ ਨੂੰ ਰੋਕਿਆ, ਕਹਿੰਦੇ ਰੁਕ ਜਾਓ, ਸਾਡੇ ਪਿਆਰੇ ਆ ਰਹੇ ਨੇ। ਇਹਨੇ ਚੋਂ ਭਾਈ ਭਾਗ ਸਿੰਘ ਝਬਾਲ ਵਾਲੇ, ਭਾਈ ਦਿਲਬਾਗ ਸਿੰਘ ਮਾਤਾ ਭਾਗੋ ਦੇ ਸੱਕੇ ਭਰਾ, ਇਹ ਮੁਖੀ ਸਨ। ਭਾਈ ਗੰਡਾ ਸਿੰਘ, ਭਾਈ ਘਰਬਾਰਾ ਸਿੰਘ, ਇਹਨੇ ਚ ਭਾਈ ਮਹਾ ਸਿੰਘ ਵੀ ਸ਼ਾਮਲ ਨੇ ਤੇ ਉਹਨਾਂ ਦੇ ਪਿਤਾ ਜੀ ਭਾਈ ਰਾਏ ਸਿੰਘ ਵੀ ਨਾਲ ਨੇ, ਉਹਨਾਂ ਦਾ ਛੋਟਾ ਭਰਾ ਭਾਈ ਸ਼ੀਤਲ ਸਿੰਘ ਵੀ ਨਾਲ ਹੈ। ਇੱਥੇ ਕੁਝ ਸਮਾਂ ਬੈਠੇ ਤੇ ਵਿਚਾਰਾਂ ਕਰਨ ਲੱਗੇ। ਪੰਚਾਇਤ ਕਹਿੰਦੀ ਗੁਰੂ ਕਲਗੀਧਰ ਪਾਤਸ਼ਾਹ ਜੀ ਬੜਾ ਵੱਡਾ ਸਾਨੂੰ ਦੁੱਖ ਲੱਗਿਆ, ਸੱਟ ਲੱਗੀ, ਬੜਾ ਵੱਡਾ ਪਰਿਵਾਰ ਦਾ ਵਿਛੋੜਾ ਹੋਇਆ, ਸ਼ਹਾਦਤਾਂ ਆਈਆਂ, ਤੇ ਤੁਸੀਂ ਕਿਰਪਾ ਕਰੋ ਨੀਤੀ ਬਦਲੋ, ਸੁਲ੍ਹਾ ਦੀ ਨੀਤੀ, ਅਸੀਂ ਤੁਹਾਡਾ ਸਮਝੌਤਾ ਕਰਦੇ। ਪੰਚਾਇਤ ਦੇ ਮੁਖੀ ਕਹਿ ਲਗੇ ਸਾਡੀ ਸਰਕਾਰੀ ਦਰਬਾਰੇ ਚੱਲਦੀ ਹੈ, ਅਸੀਂ ਗੱਲਬਾਤ ਕਰਾਂਗੇ, ਤੁਸੀਂ ਹੁਣ ਗੁਰੂ ਨਾਨਕ ਸਾਹਿਬ ਦੀ ਨੀਤੀ ਅਪਣਾਓ। ਉਹ ਸੋਚਦੇ ਸਨ ਇਹ ਨੀਤੀ ਵੱਖਰੀ ਨਹੀਂ, ਨੀਤੀ ਵੱਖਰੀ ਨਹੀਂ ਹੈ, ਸਿਧਾਂਤ ਇੱਕੋ ਹੀ ਹੈ। ਜ਼ਬਰ ਦਾ ਮੁਕਾਬਲਾ ਸਬਰ ਨਾਲ ਹੀ ਕਰਨਾ ਹੈ, ਅਪੀਲ ਵੀ ਹੈ, ਦਲੀਲ ਵੀ ਹੈ, ਫਿਰ ਸ਼ਮਸ਼ੀਰ ਦੇ ਮੁੱਠੇ ਨੂੰ ਹੱਥ ਤੋਂ ਹੀ ਪਾਇਆ ਜਾਂਦਾ ਹੈ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਮਨ 'ਚ ਰੋਸ ਹੈ। ਕਹਿੰਦੇ ਤੁਸੀਂ ਸਾਨੂੰ ਅੱਜ ਸਮਝਾਉਣ ਆਏ ਹੋ, ਸਮਝਾਉਂਦੀਆਂ ਗੱਲਾਂ ਕਰਦੇ ਹੋ, ਤੁਹਾਡੀ ਸੁਲੋ ਕਰਾ ਦੇਣੀ। ਜਦੋਂ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਉਦੋਂ ਤੁਸੀਂ ਕਿੱਥੇ ਸੀ? ਕਿ ਗੁਰੂ ਅਰਜਨ ਦਰਿਆਏ ਨਾ ਪੋੜਿਓ? ਭਾਈ ਰਤਨ ਸਿੰਘ ਭੰਗੂ ਨੇ ਜ਼ਿਕਰ ਕੀਤਾ ਪ੍ਰਾਚੀਨ ਪੰਥ ਪ੍ਰਕਾਸ਼ 'ਚ, ਜਦੋਂ ਗੁਰੂ ਤੇਗ ਦੀ ਸ਼ਹਾਦਤ ਹੋਈ ਉਦੋਂ ਤੁਸੀਂ ਕਿੱਥੇ ਸੀ? ਸਾਹਿਬਜ਼ਾਦੇ ਸ਼ਹਾਦਤਾਂ ਆਈਆਂ, ਤੁਸੀਂ ਕਿੱਥੇ ਸੀ? ਅੱਜ ਅਸੀਂ ਸਮਝੌਤਾ ਕਰਾਉਣ ਆ ਰਹੇ ਹੋ, ਤੁਸੀਂ ਸਿੱਖ ਹੋ ਜਾਂ ਗੁਰੂ ਕਹਿੰਦੇ ਸਿੱਖ। ਕਹਿੰਦੇ ਫਿਰ ਬਚਨ ਮੰਨਣਾ ਪਏਗਾ, ਤੇ ਸਿੱਖਿਆ ਦੇਣੀ ਨਹੀਂ, ਸਮਝਾਉਣਾ ਨਹੀਂ, ਬਚਨ ਮੰਨਣਾ ਪੈਂਦਾ। ਜੋ ਗੁਰੂ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਜੇ ਤੁਸੀਂ ਇਹ ਨੀਤੀ ਅਪਣਾਉਣੀ, ਫਿਰ ਅਸੀਂ ਚੱਲੇ ਹਾਂ। ਕਹਿੰਦੇ ਏਦਾਂ ਨਹੀਂ ਜਾਣਾ, ਜੇ ਜਾਣੇ ਤਾਂ ਲਿਖ ਕੇ ਦੇ ਗਿਆ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨੇ। ਉੱਥੇ ਕੋਈ ਗਰਮ ਮਾਹੌਲ ਬਣ ਗਿਆ। ਉੱਥੇ ਭਾਈ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਤੇ ਗੰਡਾ ਸਿੰਘ ਘਰਬਾਰ ਸਿੰਘ ਨੇ ਸਿਗਨੇਚਰ ਹੀ ਕਰਦੇ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨੇ। ਤੇ ਦੂਜੇ ਜਿਹੜੇ ਸਿੱਖ ਸ਼ਰਧਾ ਵਾਲੇ ਉਹ ਹੈਰਾਨ ਹੋਏ, ਹੋ ਕੀ ਰਿਹਾ? ਗੁਰੂ ਕਲਗੀਧਰ ਪਾਤਸ਼ਾਹ ਪਿੱਛੋਂ ਹਮਲਾ ਹੋ ਰਿਹਾ ਸੀਗਾ। ਸੂਬੇਦਾਰ ਵਜ਼ੀਰ ਖਾਨ 50,000 ਦਾ ਲੋ ਲਸ਼ਕਰ ਲੈ ਕੇ ਨੇੜੇ ਪਹੁੰਚ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਚਾਲੇ ਪਾਰ ਤੇ ਇਧਰ ਮਾਈ ਭਾਗ ਇਹਨਾਂ ਨੂੰ ਸਾਸ ਨਾਲ ਕਹਿੰਦੇ ਕੀ ਕਰ ਬੈਠੇ ਹੋ, ਏਡਾ ਡਾ ਗੁਨਾਹ। ਗੁਰੂ ਕਲਗੀਧਰ ਪਾਤਸ਼ਾਹ ਨੂੰ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਬਦਾਵਾ ਲਿਖ ਦਿੱਤਾ। ਤੇ ਉਸ ਸਮੇਂ ਕਹਿਣ ਲੱਗੇ ਫਿਰ ਕਿ ਪਛਤਾਵਾ ਮਨ 'ਚ,
ਗੁਰੂ ਕਲਗੀਧਰ ਪਾਤਸ਼ਾਹ ਖਿਦਰਾਣੇ ਢਾਬ ਤੋਂ ਅੱਗੇ ਲੰਘ ਕੇ ਅੱਧਾ ਮੀਲ ਅੱਗੇ ਜਾ ਕੇ ਉੱਚੀ ਟਿੱਬੀ ਤੇ ਪੜਾਅ ਹੋ ਗਿਆ ਪੱਛਮ ਦਿਸ਼ਾ ਵਾਲੇ ਪਾਸੇ। ਇਹ ਗੁਰੂ ਕੇ ਸਿੰਘ 40 ਗੁਰੂ ਕੇ ਸਿੰਘ ਸੂਬੇ ਇਹ ਫਿਰ ਪੂਰਬ ਦਿਸ਼ਾ ਥੱਲੇ ਖਿਦਰਾਣੇ ਢਾਬ ਤੇ ਤੰਬੂ ਲਗਾਤੇ ਗਏ। ਜਿਹੜੇ ਕੱਪੜੇ ਸਨ ਉਹ ਮੱਲਾਂ ਬੇੜੀਆਂ ਦੇ ਉੱਪਰ, ਕਿਕਰਾਂ ਦੇ ਉੱਪਰ, ਕਈਰਾਂ ਉੱਪਰ, ਬੋੜਾਂ ਦਰਖਤਾਂ ਉੱਪਰ, ਝਾੜੀਆਂ ਉੱਪਰ ਵਿਛਾਤੇ। ਇਦਾਂ ਲੱਗੇ ਕਿ ਇੱਧਰ ਹੀ ਗੁਰੂ ਕੇ ਸਿੰਘ ਟਿਕੇ ਹੋਏ ਨੇ। ਜਦੋਂ ਹਮਲਾ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਵਾਲੇ ਪਾਸੇ ਨਹੀਂ, ਸਾਡੇ ਇਧਰੋਂ ਫਿਰ ਜਦੋਂ ਆਏ ਵਜ਼ੀਰ ਖਾਨ ਇਕਬਾਲ ਦਾ ਉਹਨੇ ਸਿਪਾਹੀ ਡਰਦੇ ਨੇ, ਉਹ ਕਹਿੰਦੇ ਦੇਖੋ ਕਿਤਨਾ ਅੱਗੇ ਪੜਾਵੇ, ਚਲੋਗੇ ਹਮਲਾ ਕਰੋ, ਗੁਰੂ ਕਲਗੀਧਰ ਪਾਤਸ਼ਾਹ ਨੂੰ ਪਕੜੀਏ, ਇਨਾਮ ਮਿਲੇਗਾ। ਉਹ ਮੱਸੇ ਅੱਗੇ ਵਧੇ, ਅੱਗੋਂ ਗੋਲੀਆਂ ਦੀ ਬੁਛਾੜ। पहली गल ये भी मैं दसदा, जी ये लड़ाई हुई ना गुरु कलगीधर पातशाह ने आखिरी जी लड़ाई लड़ी है, जंग लड़ी है, ये 21 विसाख नूं होया जंग। मई की 3 तरीक सी, गर्मी के दिन सन ते लगभग सवा पैर के जंग हुई है, 3-4 घंटे जंग हुई। इस 50,000 एक पासों गुरु कलगीधर पातशाह ने 2,500-3,000 सिंह सूरमे भी ने, पर 40 गुरु के सिंह सूरमे अगे ही मुकाबला कर लगे। ओही सिंह जिन्हां ने बिदावल विच लिखिया सी ते ऐसा जंग मचिया, आहू लाए गए। इधर दोपहर चढ़ गई, अत दी गर्मी पैन लगी। इधर वजीर खान आखदा है पानी किथे, पानी ते कपूरा आखदा कोटकपूरे दा कपूरा जिहड़ा कहंदा पानी इत्थे नहीं हैगा, पानी तां 30 को अगे वे, कहंदे पिछे पिछे कहंदे 10 को वे। कहंदे मेरे तो सिपाही पांडव ना अत दी गर्मी पै रही, तर तर के मर जाणगे। कहंदे फिर करिए कि, कहंदे पिछा ही मुड़ना पेगा। ये पिछे हटे ने, कहंदे मेरे सिपाही मरे पे, इन्हां दी लाशां कहंदे तां कब्रे च पे ने, रेत दा इलाका है, आपे मिट्टी च दफन होणगे। जे तुसीं इन्हां नूं संभाल लगे ते आ साडे इत्थे करबला बन जाणी, इत्थे साडीआं कब्रां बन जाणीआं। फिर पिछे हट गए। गुरु कलगीधर पातशाह उच्ची टिब्बी तो तीरां दी बरखा करदे पए सन। जदों ये चले गए, जित का नगारा बजिया, रणजीत नगारा बजिया कि खालसे जित हो गई, ते गुरु कलगीधर पातशाह आप नंगे पैर दौड़ते हुए आए हैं जंग के मैदान च। ते गुरु के सिंहां नूं प्यार करदे, लाड लडाउंदे हुए असीसां ने, जिद्दां अज सरकारां के परमवीर चक्कर मिल गया, सूरवीर चक्कर मिल गया, होर तरह तरह चक्कर। ते गुरु कलगीधर पातशाह बख्शा ये मेरा 5 हज़ारी है, ये मेरा 10 हज़ारी है, ये मेरा 20 हज़ारी है। उन्हां 40 सिंह सूरमियां दियां एक सिंह सूरमा भाई महा सिंह, उनके प्राण चलते हुए सहकदा पिया है। ते दूजियां शहीदी रूहां वो आके कह रही ने, भाई महा सिंह तुम गुरु कलगीधर पातशाह जी नूं आख बिदावा पाड़ देना। शहीदी रूहां ने धर्म युद्ध लड़के शहीद होईयां ने, पर सचखंड दे दरवाजे नहीं, मुक्ति नहीं मिलती पई, तड़पदे पए आ। जम साडे नेड़े नहीं आउंदा पिया क्योंकि धर्म युद्ध च शहीद होया। ते भाई महा सिंह फिर अरदासां करदा पिया, गुरु कलगीधर पातशाह आ जाओ, असीं तुहाडे बच्चे, असीं अपराधी पूत कपूत हो जाते ने, पूत कपूत होंदे पर मापे कुमापे नहीं होंदे। कृपा करो गुरु कलगीधर पातशाह, जैसा बालक पाए सुपाई, लख अपराध कमावे, कर उपदेश झिड़कै बहु भांति, बोड़ पिता गल्ला है। कृपा करो गुरु कलगीधर पातशाह, अंतले सवास ने सहाय हो। अरदासां बेनतियां करदा पिया, पुकारदा पिया, गुरु कलगीधर पातशाह आओ। आके कह दो नलायका, तू ये लिख दिता कि गुरु गोबिंद सिंह मेरा गुरु नहीं, मैं तेरा सिख नहीं, तू मेरा गुरु नहीं, मैं तेरा सिख नहीं, मेरे तो बड़ा नलायक कौन होगा? कह दो नलायका, आके बस 2-4 जुतियां दी ठोकर ही मार दो, पर आके दर्शन तो दबो, घट्टो घट जान तो मेरी निकल जाएगी सौखे। गुरु कलगीधर पातशाह दौड़ते हुए नंगे पैर, ना जोड़ा ना घोड़ा देखा नहीं, दौड़ते आउंदे पए ने। इधर बेहोशी की हालत हो गई भाई महा सिंह की। सवाल चलते रहे, गुरु कलगीधर पातशाह ने गोदी च सीस रख लिया।
ਸੀਸ ਰੱਖ ਕੇ ਪਿਆਰ ਨਾਲ ਤੇ ਮਹਾ ਸਿੰਘ ਅੱਖਾਂ ਖੋਲ, ਨੇਤਰ ਖੋਲ, ਅਸੀਂ ਆ ਗਏ। ਤੂੰ ਪੁਕਾਰਦਾ ਵੈਸੇ ਆ ਗਏ। ਬੇਹੋਸ਼ੀ ਦੀ ਹਾਲਤ ਰੇ ਸਤਿਗੁਰੂ ਨੇ ਜਲ ਵੀ ਛਿੜਕਿਆ, ਮੁੱਖ ਵੀ ਰੁਮਾਲ ਨਾਲ ਪੂੰਝਿਆ, ਮੱਥਾ ਚੁੰਮਿਆ, ਇਧਰ ਨੇਤਰ ਖੋਲੇ। ਨੇਤਰ ਖੋਲੇ ਸਭ ਹੈਰਾਨ, ਮੇਰੇ ਕਿਤਨੇ ਵੱਡੇ ਭਾਗ। ਜਿਹੜੀ ਦਾਤ ਧੰਨ ਧੰਨ ਬਾਬਾ ਅਜੀਤ ਸਿੰਘ ਨੂੰ ਨਹੀਂ ਮਿਲੀ, ਧੰਨ ਧੰਨ ਬਾਬਾ ਜੁਝਾਰ ਸਿੰਘ ਨੂੰ ਮਿਲੀ, ਉਹ ਦਾਤ ਨੂੰ ਮਿਲੀ ਹੈ ਗੁਰੂ ਗੋਬਿੰਦ ਦੀ ਗੋਦ ਚ ਮੇਰਾ ਸੀਸ। ਇਤਨਾ ਪਿਆਰ। ਭਾਈ ਮਹਾ ਸਿੰਘ ਤੇਰੇ ਤੋਂ ਬੜਾ ਖੁਸ਼ ਹਾਂ, ਮੰਗ ਲੈ, ਰਾਜ ਮੰਗ ਲੈ, ਸਾਜ ਮੰਗ ਲੈ, ਜੋ ਮੰਗਿਆ ਦਾਤ ਮਿਲੇਗੀ। ਤੇ ਭਾਈ ਮਹਾ ਸਿੰਘ ਕਹਿੰਦੇ ਸਤਿਗੁਰੂ ਕਿਤਨੀ ਵੱਡੀ ਦਾਤ ਮਿਲ ਗਈ, ਹੋਰ ਕੀ ਮੰਗਾ, ਮੰਗ ਲੈ, ਖੁਸ਼ ਹਾਂ ਤੇਰੇ ਤੋਂ। ਜਿੱਥੋਂ ਦਾ ਕਹੇ ਉਥੋਂ ਰਾਜ ਦਿੰਦੇ ਆ, ਮੁਕਤੀ ਦਾ ਜੋ ਤੋਂ ਆਖੇ। ਕਹਿੰਦੇ ਸਤਿਗੁਰੂ ਜੀ ਕਿਰਪਾ ਕਰੋ, ਜਿਹੜਾ ਬੇਦਾਵਾ ਲਿਖਿਆ ਉਹ ਬੇਦਾਵਾ ਪਾੜ ਦਵੋ। ਗੁਰੂ ਕਲਗੀਧਰ ਪਾਤਸ਼ਾਹ ਨੇ ਉਸੇ ਛਣ ਉਹ ਬੇਦਾਵਾ ਪਾੜ ਦਿੱਤਾ। ਟੂਟੀ ਗਾਂਢਣ ਹਾਰ ਗੋਪਾਲ, ਟੂਟੀ ਗਾਂਢਣ ਹਾਰ ਗੋਪਾਲ, ਟੂਟੀ ਗਾਂਢਣ ਹਾਰ ਗੋਪਾਲ, ਟੂਟੀ ਗਾਂਢਣ ਹਾਰ ਗੋਪਾਲ। ਪਾਰ ਬ੍ਰਹਮ ਪਰਮੇਸ਼ਰ ਦਾ ਸੁਭਾਅ ਟੁੱਟਿਆਂ ਨੂੰ ਗੰਢਣ ਵਾਲੇ ਹਨ। ਜਿਹੜੇ ਟੁੱਟ ਜਾਂਦੇ ਉਹਨਾਂ ਨੂੰ ਗੰਢ ਲੈਂਦੇ, ਜੋੜ ਲੈਂਦੇ ਹਨ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੀਨੇ ਨਾਲ ਲਾਇਆ, ਪਿਆਰ ਭਰੀਆਂ ਅਸੀਸਾਂ ਬਖਸ਼ੀ ਕੇ ਕਹਿੰਦੇ ਤੂੰ ਮੁਕਤ ਨਹੀਂ। ਇਹ 40 ਸਿੰਘ ਸੂਰਮੇ ਜਿਹੜੇ ਸ਼ਹੀਦ ਸਾਰੇ ਮੁਕਤ ਹੋ ਗਏ। ਇੱਧਰ ਗੁਰੂ ਕੇ ਸਿੰਘ ਆਏ, ਸਤਿਗੁਰੂ ਜੀ ਇਹ ਕੌਣ? ਕਹਿੰਦੇ ਸਾਡਾ ਮਹਾ ਸਿੰਘ ਹੈ। ਇਤਨੀਆਂ ਖੁਸ਼ੀਆਂ ਸਤਿਗੁਰੂ ਜੀ। ਕਹਿੰਦੇ ਹਾਂ। ਉੱਥੇ ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਸ਼ਰੀਰ ਇਕੱਠੇ ਕਰਵਾ ਕੇ ਨਾ ਫਿਰ ਇੱਕ ਥਾਂ ਤੇ ਆਪ, ਹੁਣ ਦੇਖੋ ਸਾਹਿਬਜ਼ਾਦੇ ਸ਼ਹੀਦ ਹੋਏ, ਗੁਰੂ ਕਲਗੀਧਰ ਪਾਤਸ਼ਾਹ ਨੇ ਅੰਤਮ ਸੰਸਕਾਰ ਵੀ ਕੀਤਾ। ਪਰ ਇਹਨਾਂ 40 ਮਹਾਨ ਸਿੰਘ ਸੂਰਮਿਆਂ ਦਾ ਅੰਤਮ ਸੰਸਕਾਰ ਆਪ ਕੀਤਾ। ਇਹ ਉਹ ਮਹਾਨ ਸੂਰਮੇ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਜੋ ਲੜੈ ਦੀਨ ਕੇ ਹੇਤ, ਉਰਜਾ ਪੁਰਜਾ ਕੱਟ ਮਰੈ, ਉਰਜਾ ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ, ਕਬੂ ਨਾ ਛੱਡੈ ਖੇਤ, ਉਹ ਮਹਾਨ ਸੂਰਮੇ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਤੇ ਸਦਕਾ ਕਬੂ ਨਾ ਛੱਡੈ ਕਿ ਜੰਗ ਦੇ ਨਾਲ ਜੂਝਦੇ ਸ਼ਹੀਦ ਹੋਏ। ਇਹ ਭਾਵਨਾ ਬਣ ਗਈ ਜਬ ਆਪ ਕੀ ਔਦ ਨਿਦਾਨ ਬਣੇ। ਅਤ ਹੀ ਰਣ ਮੈਂ ਤਬ ਜੂਝ ਲੋ। ਪਤਾ ਹੈ ਕਿ ਅਸੀਂ 40 ਮੁਕਾਬਲਾ ਕਰਦੇ ਕਰਦੇ ਸ਼ਹੀਦ ਹੋਵਾਂਗੇ, ਪਰ ਅਸੀਂ ਮੁਕਾਬਲਾ ਕਰਨਾ ਹੈ जब आपकी औद निदान बने अत ही रंग में तब जूझ मरो। होर सिंह आखंगे सतगुरु जी ये तो बिदावा लेके गए सन, ये तो टुट गए सन। कहेंगे एक पासों टुटी सी, एक पासों नहीं टुटी सी। सतगुरु कभी नाता नहीं तोड़ते। हाँ असी नाता तोड़ देने आ, बेमुख हो जाने, पर सतगुरु के अंदर भावना कभी तो आवेगा ना। जे बेमुख हो गया है अखीर तो शरण तो आना ही पैना ना। जे को गुरते बेमुख हो गए बिन सतगुर मुकत ना पावे, पावे मुख ना होता है। कोई पूछो देखिया जाए अनेक जूनी परम आवे। भाई मूला छड़ गया सी गुरु नानक साहब नूं, पर गुरु नानक साहब नहीं छड्डिया सी। गुरु नानक साहब ने 10वें जम च हजूर साहब धरती ते ओ सहे दे रूप विच उधार कर दिता। जे कोई रिछ भी बन जाता ना, इतिहास के कई प्रसंग ने। भाई रिछ बन गया, गुरु ने रिछ के रूप में उधार कर दिता।
ਕਹਿਣ ਤੋਂ ਭਾਵ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਤਾ ਕੋਈ ਪੁੱਛੋ ਵੇਖਿਆ ਜਾਏ, ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤ ਪਾਏ ਲਾਗ ਚਰਨੀ। ਆਖਰ ਚਰਨੀ ਲੱਗਣਾ ਹੀ ਪੈਂਦਾ ਹੈ। ਪਿਆਰਿਓ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਪਾਸੋਂ ਟੁੱਟੀ ਸੀ, ਇੱਕ ਪਾਸੋਂ ਨਹੀਂ। ਠੀਕ ਸਿੱਖਾਂ ਨੇ ਨਾਤਾ ਤੋੜਦਾ, ਲਿਖ ਕੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਪਰ ਅਸੀਂ ਤਾਂ ਨਹੀਂ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਸਿੱਖ ਨਹੀਂ, ਅਸੀਂ ਤੁਹਾਡੇ ਗੁਰੂ ਨਹੀਂ। ਪਿਆਰਿਓ ਉੱਥੇ ਵੀ ਪਤਾ ਲੱਗਿਆ ਇੱਕ ਮਾਈ ਜਿਹਨੇ ਸਰੀਰ ਤੇ 22 ਫੱਟ ਲੱਗੇ ਸਨ, ਉਹ ਸਨ ਮਾਤਾ ਭਾਗ ਕੌਰ ਜੀ, ਜਿਨ੍ਹਾਂ ਦੇ ਪਰਿਵਾਰ ਚ ਤੇ ਸਭ ਤੋਂ ਜ਼ਿਆਦਾ 40 ਸਿੰਘ ਉਹਨਾਂ ਦਾ ਪਤੀ ਭਾਈ ਸੁਲਤਾਨ ਸਿੰਘ ਵੀ ਸ਼ਹੀਦ ਹੋਇਆ। ਨਿਸ਼ਾਨ ਸਿੰਘ ਪਤੀ ਤੇ ਜੇਠ ਭਾਈ ਸੁਲਤਾਨ ਸਿੰਘ ਸ਼ਹੀਦ ਹੋਇਆ, ਤੇ ਸੱਕੇ ਭਰਾ ਭਾਈ ਦਿਲਬਾਗ ਸਿੰਘ ਭਾਈ ਭਾਗ ਸਿੰਘ ਸ਼ਹੀਦ ਹੋਏ। ਇੱਧਰ ਭਾਈ ਮਹਾ ਸਿੰਘ ਇਕੱਲੇ ਸ਼ਹੀਦ ਹੋਏ, ਉਹਨਾਂ ਦੇ ਪਿਤਾ ਭਾਈ ਰਾਏ ਸਿੰਘ ਵੀ ਸ਼ਹੀਦ ਹੋਏ, ਉਹਨਾਂ ਦਾ ਭਰਾ ਭਾਈ ਸ਼ੀਤਲ ਸਿੰਘ ਤੇ ਸ਼ਹੀਦ ਹੋਇਆ ਹੈ। ਬੇਮੁਖ ਹੋਏ ਸਨ ਪਰ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਵਾਪਸ ਚਰਨੀ ਲਾ ਲਿਆ। ਹੁਣ ਅਸੀਂ ਆਪਣੀ ਵਿਚਾਰ ਕਰੀਏ, ਅਸੀਂ ਕਿਤਨਾ ਕੁ ਬਚਨ ਮੰਨਦੇ ਹਾਂ ਕਿ ਅਸੀਂ ਨਹੀਂ ਬਦਾਵਾ ਲਿਖਿਆ। ਆਓ ਇਹ ਅਰਦਾਸ ਕਰਕੇ ਸਮਾਪਤੀ ਕਰੀਏ। ਲਿਖਿਆ ਕਤੈ ਨਾ ਛੁੱਟੀ ਹੈ, ਲਿਖਿਆ ਕਤੈ ਨਾ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ, ਕਿਨ ਕਿਨ ਭੁੱਲਣ ਹਾਰ, ਅਰਦਾਸ ਕਰੋ। ਬਖਸ਼ਣ ਹਾਰ ਬਖਸ਼ ਲੈ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ, ਇਹੀ ਅਰਦਾਸ ਕਰਨੀ। ਸਤਿਗੁਰੂ ਜੀ ਸਾਡਾ ਲੇਖੇ ਜੋਖੇ ਨਾਲ ਕਦੀ ਛੁਟਕਾਰਾ ਨਹੀਂ ਉਸਦਾ, ਤੁਸੀਂ ਬਖਸ਼ ਲਓ। ਕਿਨ ਕਿਨ ਭੁੱਲਣ ਹਾਰਾਂ। ਤੇ ਪਿਆਰਿਓ ਇਸ ਤਰੀਕੇ ਇਹ ਜਿਹੜੀ ਜੰਗ ਹੋਈ ਸੀ, ਇਹ 21 ਵਿਸਾਖ 3 ਮਈ ਦਾ ਦਿਨ ਸੀ, ਸਨ 1705 ਦਾ ਸਮਾਂ। ਪਰ ਇਹਨਾਂ ਸਿੰਘਾਂ ਚ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਚ ਭਾਈ ਲੰਗਰ ਸਿੰਘ ਸਨ। ਉਹ ਕਾਫੀ ਸਮੇਂ ਬਾਅਦ ਫਿਰ ਇੱਥੇ ਆਏ, ਨਿਸ਼ਾਨੀਆਂ ਦੱਸੇ ਕਿ ਇੱਥੇ ਜੰਗ ਹੋਈ ਸੀ, ਖਿਦਰਾਣੇ ਢਾਬ ਤੇ ਇੱਥੇ ਸੰਸਕਾਰ ਕੀਤਾ ਗਿਆ ਸੀ। ਇੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਖਿਦਰਾਣੇ ਢਾਬ ਨਹੀਂ, ਇਹ ਮੁਕਤਸਰ ਹੈ। ਇਹ ਸਰੋਵਰ ਜਿਹੜਾ ਤਲਾਬ ਹੈ ਹੁਣ ਇਹ ਮੁਕਤਸਰ ਹੈ। ਇੱਥੇ ਆਣ ਗੁਰੂ ਕੇ ਸਿੱਖ ਇਸ਼ਨਾਨ ਕਰਕੇ ਗੁਰੂ ਕੀ ਬਾਣੀ ਨਾਲ ਜੁੜਨਗੇ ਤੇ ਉਹ ਵੀ ਮੁਕਤ ਹੋਣਗੇ, ਇਹਨਾਂ ਮੁਕਤੀਆਂ ਨੂੰ ਯਾਦ ਕਰਕੇ। ਇਸ ਅਰਦਾਸ ਜਿੱਥੇ ਪੰਜਾਂ ਪਿਆਰਿਆਂ ਨੂੰ ਯਾਦ ਕਰਦੇ, 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ ਰੋਜ਼ਾਨਾ ਯਾਦ ਕੀਤਾ ਜਾਂਦਾ ਹੈ। ਇਹਨਾਂ ਦੀ ਵੱਡੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਬੜੀਆਂ ਵੱਡੀਆਂ ਕਮਾਈਆਂ ਇਹਨਾਂ ਗੁਰੂ ਕੇ ਸਿੰਘਾਂ ਦੀਆਂ। ਇਹ ਉਦੋਂ ਜੰਗ ਹੋਈ ਸੀ, ਪਰ ਭਾਈ ਲੰਗਰ ਸਿੰਘ ਕਹਿੰਦੇ ਦੇਖੋ ਆਪਾਂ ਯਾਦ ਮਨਾਣੀ, ਜੋੜ ਮੇਲਾ ਕਰਨਾ, ਪਰ ਗਰਮੀ ਚ ਕਿਉਂਕਿ ਜਦੋਂ ਪਾਣੀ ਦੀ ਬੜੀ ਕਮੀ ਸੀ ਉਸ ਸਮੇਂ, ਕਿਉਂਕਿ ਇਸ ਵਾਸਤੇ ਆਪਾਂ ਭਾਰੀ ਇਕੱਠ ਹੋਵੇ ਆਪਾਂ ਨਾ ਮਾਘੀ ਦਾ ਦਿਨ ਚੁਣ ਲੈਂਦੇ ਹਾਂ। ਫਿਰ ਮਾਘੀ ਦਾ ਦਿਨ ਚੁਣਿਆ ਕਿ ਮਾਘੀ ਦੇ ਗਰਮੀ ਚ ਨਹੀਂ, ਇਹ ਜੋੜ ਮੇਲਾ ਆਪਾਂ ਕਰਦੇ। ਜਦੋਂ ਜੰਗ ਹੋਈ ਵਿਸਾਖ ਦਾ ਮਹੀਨਾ ਸੀ, ਉਦੋਂ 3 ਮਈ ਦਾ ਦਿਨ ਸੀ, ਇਸ ਵਾਸਤੇ ਮਾਘੀ ਦੀ ਸਿੰਘਾਂ ਨੂੰ ਇੱਥੇ ਜੋੜ ਮੇਲਾ ਲੱਗਦਾ ਹੈ। ਅੱਜ ਵੀ ਲੱਖਾਂ ਸੰਗਤਾਂ ਪਹੁੰਚੀਆਂ, ਭਾਵ ਨਾਲ ਜੋ ਅਰਦਾਸਾਂ ਕਰੀਏ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚੋ ਹੈ। ਸੋ ਸਮਾਂ ਆਗਿਆ ਦਿੰਦਾ ਪਿਆ। ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਪ ਬਿਠਾ ਕੇ ਵਿਚਾਰਾਂ ਕਰਵਾਈਆਂ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸ ਸਥਾਨ ਦੇ ਮੁੱਖ ਗ੍ਰੰਥੀ ਸਾਹਿਬ ਦਾ ਧੰਨਵਾਦ ਜੀ ਭਾਈ ਹਰਦੀਪ ਸਿੰਘ ਜੀ। ਇਸ ਸਥਾਨ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੂੰ ਸਤਿਗੁਰੂ ਨੇ ਅਪਾਰ ਕਿਰਪਾ ਕਰਕੇ ਨਾਮ ਵੀ ਭਾਈ ਮੇਹਰ ਸਿੰਘ ਰੱਖਿਆ, ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਸੰਤ ਸੁਭਾਈ ਭਾਈ ਮੇਹਰ ਸਿੰਘ ਦਾ। ਇਹਨਾਂ ਤੇ ਸਤਿਗੁਰੂ ਦੀ ਹੋਰ ਬਖਸ਼ਿਸ਼ ਕਰਨ ਅੱਜ ਦੇ ਲੰਗਰ ਦੀ ਸੇਵਾ ਵੀ ਇਹਨਾਂ ਨੂੰ ਲਈ ਗਈ ਹੈ। ਸਤਿਗੁਰੂ ਨੇ ਆਪ ਟੁੱਟ ਕੇ ਬਖਸ਼ਿਸ਼ ਕਰਕੇ ਦਿੱਤੀ ਹੈ ਸੇਵਾ, ਕਿਉਂਕਿ ਦਾਤੇ ਦਾਤ ਰੱਖੇ ਆਪਣੇ, ਜਿਸ ਭਾਵੈ ਤਿਸ ਦੇ। ਇਹ ਸੇਵਾਵਾਂ ਆਪ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਤ ਸੇਵਕ ਕੋ ਸੇਵਾ ਬਣਾਈ, ਹੁਕਮ ਪੂਜ ਪਦ ਪਾਈ। ਸਤਿਗੁਰੂ ਦੀ ਕਿਰਪਾ ਕਰਨ ਆਪਾਂ ਵੱਧ ਤੋਂ ਵੱਧ ਬਾਣੀ ਦਾ ਜਾਪ ਕਰੀਏ, ਕਿਉਂਕਿ ਸਾਡਾ ਕੰਮ ਇਹੀ ਹੈ, ਆਇਓ ਸੁਣਨ ਪੜਨ ਕੋ ਬਾਣੀ। ਬਾਣੀ ਨਾਲ ਜੁੜੀਏ,
क्योंकि जे बाणी भुल गई फिर आप दुखी होवांगे। जै तन बाणी विसर जाए जो पक्का रोगी विलाए। ਵੱਧ ਤੋਂ ਵੱਧ ਸਮਾਂ ਪਾਣੀ ਦੇ ਜਪ ਨਾਲ ਜੁੜੀ ਸਤ ਸੰਗਤ ਕਰੀਏ। ਇਹ ਮਾਘ ਦਾ ਮਹੀਨਾ ਆ ਗਿਆ, ਨਿਤਾ ਪ੍ਰਤੀ ਨਾਮ ਦੇ ਜਲ ਚ ਇਸ਼ਨਾਨ ਕਰਨਾ ਹੈ। ਇਹ ਭਾਵਨਾ ਰੱਖੋ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਦਰੋਂ ਕਰੋ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਨ ਦੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਦੇਣੀਆਂ। ਗੱਜ ਕੇ ਹਾਜ਼ਰੀ ਬਖਸ਼ੋ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨਾਮ ਕਰੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।